ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਕੀ ਕਹਿੰਦਾ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਪੂਜਾ ਵਰਮਾ। ਤਾਂ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਰਾਏ ਪੁੱਛੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੈ ਜਿਹੜੇ ਵੀ ਫੈਸਲੇ ਲੈਂਦੀ ਹੈ ਉਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਕੀ ਕਹਿਣਾ। ਇਸ ਤੋਂ ਇਲਾਵਾ ਉਹਨਾਂ ਦੀ ਹਰ ਇੱਕ ਮੁੱਦੇ ਨੂੰ ਲੈ ਕੇ ਰਾਏ ਕਿੰਨੀ ਕਿ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਉਹ ਮਤਦਾਤਾ ਹੁੰਦੇ ਜਦ ਵੋਟਸ ਲੈਣੇ ਹੁੰਦੇ ਆ, ਲੇਕਿਨ ਉਸ ਤੋਂ ਬਾਅਦ ਉਹਨਾਂ ਤੋਂ ਕੁਝ ਪੁੱਛਿਆ ਨਹੀਂ ਜਾਂਦਾ। ਤੇ ਹੁਣ ਇੱਕ ਹੋਰ ਫਰਮਾਨ ਜਿਹੜਾ ਹੈ ਜਾਰੀ ਕੀਤਾ, ਲੇਕਿਨ ਉਸ ਤੋਂ ਪਹਿਲਾਂ ਤੁਸੀਂ ਇਸ ਪ੍ਰੋਗਰਾਮ ਨੂੰ ਜੇਕਰ ਪਸੰਦ ਕਰਦੇ ਹੋ ਤਾਂ ਕਮੈਂਟਸ ਦੇ ਵਿੱਚ ਜਿਹੜਾ ਹੈ ਜ਼ਰੂਰ ਦੱਸੋ, ਤੇ ਜੇ ਕੋਈ ਹੋਰ ਸੁਝਾਅ ਹੋਵੇ ਤਾਂ ਉਹ ਵੀ ਤੁਸੀਂ ਦੇ ਸਕਦੇ ਹੋ। ਤੇ ਇਸ ਤੋਂ ਇਲਾਵਾ ਇਹ ਪ੍ਰੋਗਰਾਮ ਤੁਸੀਂ ਪੰਜਾਬ ਟੁਡੇ ਦੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਦੇਖ ਸਕਦੇ ਹੋ। ਲਾਈਕ ਕਰੋ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ ਪੰਜਾਬ ਟੁਡੇ ਦਾ YouTube ਚੈਨਲ। ਤੇ ਅੱਜ ਦੇ ਮੁੱਦੇ ਦੀ ਗੱਲ ਕਰਦੇ ਹਾਂ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ यानी कि PSPCL ਵੱਲੋਂ ਹੁਣ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਕਿਹਾ ਗਿਆ ਹੈ ਕਿ 1 ਮਾਰਚ ਤੋਂ ਪਹਿਲਾਂ ਉਹ ਪ੍ਰੀਪੇਡ ਚਿਪ ਮੀਟਰ ਜਿਹੜਾ ਹੈ ਉਹ ਜ਼ਰੂਰ ਲਗਾਉਣ। ਹੁਣ ਇਸ ਨੂੰ ਲੈ ਕੇ ਵਿਵਾਦ ਦੇਖਿਆ ਸੀਗਾ। ਪੰਜਾਬ ਦੇ ਲੋਕਾਂ ਨੇ, ਖਾਸ ਕਰ ਕਿਸਾਨਾਂ ਨੇ ਕਿਹਾ ਸੀਗਾ ਕਿ ਅਸੀਂ ਇਸ ਦਾ ਵਿਰੋਧ ਕਰਾਂਗੇ, ਕਿਉਂਕਿ ਇਸ ਦੇ ਨਾਲ ਕਿਤੇ ਨਾ ਕਿਤੇ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਹ ਫੈਸਲਾ ਜਿਹੜਾ ਹੈ ਉਹ PSPCL ਨੇ ਲਿੱਤਾ ਤੇ ਉਹਨਾਂ ਨੇ ਕਿਹਾ ਹੈ ਕਿ 1 ਮਾਰਚ ਤੋਂ ਪਹਿਲਾਂ ਸਾਰੇ ਸਰਕਾਰੀ ਦਫ਼ਤਰ ਜਿਹੜੇ ਉੱਥੇ ਇਹ ਮੀਟਰ ਹੋਣੇ ਚਾਹੀਦੇ ਹੈ, ਤੇ ਜੇਕਰ ਇਹ ਮੀਟਰ ਨਹੀਂ ਹੋਏ ਤੇ ਉੱਥੇ ਬਿਜਲੀ ਜਿਹੜੀ ਹੈ ਉਹ ਬਾधित ਹੋਵੇਗੀ, यानी कि कनैक्शन ਦੇ ਵਿੱਚ ਕੁਝ ਗੜਬੜੀਆਂ ਹੋ ਸਕਦੀਆਂ ਜਾਂ ਫਿਰ ਉਹਨਾਂ ਦੀ ਬਿਜਲੀ ਉਹਨਾਂ ਨੂੰ ਨਾ ਮਿਲੇ, ਇਹ ਵੀ ਹੋ ਸਕਦਾ ਹੈ। ਹੁਣ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਲੋਕਾਂ ਦੀ ਰਾਏ ਵੀ ਮੈਟਰ ਕਰਦੀ ਹੈ, ਕਿਉਂਕਿ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਵੀ ਲੋਕ ਜਿਹੜੇ ਹੈ ਉਹ ਇਸ ਦੇ ਖਿਲਾਫ ਆਵਾਜ਼ ਚੁੱਕ ਰਹੇ ਨੇ, ਕਿਉਂਕਿ ਉੱਥੇ ਵੀ ਬਿਜਲੀ ਵਿਭਾਗ ਵਾਲੇ ਜਿਹੜੇ ਹੈ ਉਹ ਪ੍ਰੀਪੇਡ ਮੀਟਰ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਫਿਲਹਾਲ ਕੀ ਕੁਝ ਕਹਿਣਾ ਹੈ ਲੋਕਾਂ ਦਾ, ਆਓ ਸੁਣਦੇ ਹਾਂ। ਮੈਂ ਇਹ ਚੀਜ਼ ਨੂੰ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਸਰਕਾਰਾਂ 'ਚ ਜਿਹੜੀਆਂ ਕਿ ਆਪ ਪਾਰਟੀ ਸਰਕਾਰ ਵਾ ਜਾਂ ਕੋਈ ਵੀ ਸਰਕਾਰਾਂ ਜਿਹੜੀ ਕਿ ਲੋਕਾਂ ਨੂੰ 600 ਯੂਨਿਟ ਜਾਂ ਕੁਝ ਇੱਦਾਂ ਦੇ ਯੂਨਿਟ ਫ੍ਰੀ ਕਰਨਾ ਚਾਹੁੰਦੇ ਸੀ ਪਹਿਲੋਂ, ਜਿੱਦਾਂ ਹੁਣ ਅੱਜ ਸਰਕਾਰ ਕਰ ਰਹੀ ਹੈ। ਅਤੇ ਇਹ ਸਰਕਾਰ ਜਿਹੜੀ ਕਿ ਜਿੱਦਾਂ ਹੁਣ ਪ੍ਰੀਪੇਡ ਜਿਹੜੇ ਹੋਣਗੇ ਮੀਟਰ, ਅਤੇ ਉਹ ਉਹਦੇ ਵਿੱਚ ਇੰਕਲੂਡ ਹੋਏਗਾ ਜਾਂ ਨਹੀਂ ਹੋਏਗਾ। ਮੈਂ ਤਾਂ ਇਸ ਚੀਜ਼ ਨੂੰ ਕਹਿੰਦਾ ਮੈਂ ਜਿਹੜੀਆਂ ਕਿ ਸਰਕਾਰਾਂ ਪਹਿਲਾਂ ਇਸ ਚੀਜ਼ ਨੂੰ ਜਾਂ ਉਹਨਾਂ ਵਿੱਚ ਇੰਕਲੂਡ ਕਰੇਗਾ ਤੇ ਫਿਰ ਤੇ ਆਮ ਬੰਦੇ ਵਾਸਤੇ ਵੀ ਫਾਇਦਾ ਹੋਏਗਾ। ਨਹੀਂ ਤੇ ਆਮ ਬੰਦੇ ਕਈਆਂ ਕੋਲ ਤੇ ਜਿਹੜੇ ਪ੍ਰੀਪੇਡ ਤੁਸੀਂ ਮੀਟਰ ਕਰਨਾ ਚਾਹੁੰਦੇ ਹੋ, ਕਈਆਂ ਕੋਲ ਤੇ ਸਮਝੋ ਵੀ ਮੋਬਾਈਲ ਹੀ ਨਹੀਂ ਹੁੰਦੇ, ਵੀ ਉਹ ਕਿੱਥੋਂ ਰੀਚਾਰਜ ਕਰਵਾਉਣਗੇ। ਇਸ ਚੀਜ਼ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਸਰਕਾਰਾਂ ਪਹਿਲਾਂ ਦੇਖਣ ਵੀ ਲੋਕੀ ਜਿਹੜੀ ਕਿ ਪ੍ਰੀਪੇਡ ਵੀ ਮੀਟਰ ਚਲਾਉਣ ਜੋਗੇ ਹੈਗੇ ਕਿ ਨਹੀਂ ਹੈਗੇ। ਜਿੱਥੋਂ ਤੱਕ ਤੇ ਸਰਕਾਰੀ ਦਫ਼ਤਰਾਂ ਦਾ ਸਵਾਲ ਹੈ, ਉੱਥੇ ਤੇ ਜ਼ਰੂਰ ਲੱਗਣੇ ਚਾਹੀਦੇ ਆ, ਕਿਉਂਕਿ ਬਹੁਤ ਜ਼ਿਆਦਾ ਬਿੱਲ ਜਿਹੜੇ ਪੈਂਡਿੰਗ ਨੇ ਇਹਨਾਂ ਸਰਕਾਰੀ ਦਫ਼ਤਰਾਂ ਵੱਲ। ਇੱਥੇ ਲੱਗਣਗੇ ਤੇ ਮਤਲਬ ਕਹਿੰਦਾ ਕਿ ਇਨਸਾਫ ਮਿਲੇਗਾ। ਬਾਕੀ ਰਹੀ ਦੂਜੀ ਘਰਾਂ ਦੀ ਗੱਲ, ਇੱਥੇ ਤੇ ਅੱਗੇ ਬੜੀ ਮੁਸ਼ਕਿਲ ਆ। ਦੇਖੋ ਜੀ, ਆਪਣੇ ਪ੍ਰੀਪੇਡ ਆਪਣੇ ਜਿਹੜੇ ਆਪਣੇ ਮੋਬਾਈਲ ਨੇ, ਉਹਨਾਂ ਤੋਂ ਅੱਗੇ ਲੋਕਾਂ ਨੂੰ ਗੈਸ ਵੀ ਬੁੱਕ ਕਰਾਉਣੀ ਪੈਂਦੀ ਆ। ਉਹਨਾਂ ਨੂੰ ਤਾਂ 100 ਰੁਪਏ ਦਾ ਨਜਾਇਜ਼ ਇੱਕ ਖਰਚਾ ਪੈਂਦਾ, ਘੱਟ ਤੋਂ ਘੱਟ 100 ਰੁਪਏ ਦਾ ਰੀਚਾਰਜ ਹੁੰਦਾ ਵਾ। ਦੂਜੀ ਗੱਲ, ਹਰ ਮਤਲਬ ਕਹਿੰਦਾ ਕਿ ਆਮ ਆਦਮੀ ਕੋਲ ਸਮਾਰਟਫੋਨ ਨਹੀਂ ਆ, ਉਹਨਾਂ ਵਾਸਤੇ ਇਹ ਬੜੀ ਮੁਸ਼ਕਿਲ ਹੋਏਗੀ। ਠੀਕ ਆ, ਇਹ ਮਤਲਬ ਸਮਾਰਟਫੋਨ ਹੀ ਨਹੀਂ ਜਦੋਂ ਹੈਗੇ ਅਤੇ ਉਹ ਮਤਲਬ ਕਹਿੰਦਾ ਕਿੱਦਾਂ ਇਸ ਕੰਮ ਨੂੰ ਕਰਨਗੇ, ਜਦੋਂ ਮੀਟਰ ਆਲਰੇਡੀ ਲੱਗੇ ਹੋਏ ਆ। ਪਹਿਲਾਂ ਵੀ ਖਰਚੇ ਪਏ ਆ, ਜਿਹੜੇ ਪਹਿਲਾਂ ਜਿਹੜੇ ਸਮਾਰਟ ਆਪਣੇ ਮੀਟਰ ਲਾਏ ਇਹਨਾਂ ਨੇ ਮੁਹੱਲਿਆਂ ਦੇ ਵਿੱਚ, ਜਿਹੜੇ ਕਲੋਨੀਆਂ ਦੇ ਵਿੱਚ, ਜਿੱਦਾਂ 5-5 6-6 ਮੀਟਰ ਜਿਹੜੇ ਇਕੱਠੇ ਬਕਸ਼ਾਂ ਦੇ ਵਿੱਚ ਲੱਗੇ ਆ। ਉੱਥੋਂ ਮਤਲਬ ਕਹਿੰਦਾ ਕਿ ਐਕੂਰੇਸੀ ਦੇ ਇਹਨਾਂ ਤੋਂ ਕੀ ਇਹਨਾਂ ਨੂੰ ਭਰੋਸਾ ਨਹੀਂ ਆ। ਉੱਥੇ ਮਤਲਬ ਕਹਿੰਦਾ ਮੀਟਰਾਂ ਦੀ ਜਿਹੜੀ ਪੂਰੀ ਰੀਡਿੰਗ ਆ ਰਹੀ ਆ। ਬੱਤੀ ਦੀ ਵੈਸੇ ਹੀ ਤਾਂ ਚੋਰੀ ਬੰਦ ਆ, ਵੈਸੇ ਵੀ ਜਿਹੜੇ ਕਿ ਨਹੀਂ ਆਪਣੇ ਯੂਨਿਟ ਜਿਹੜੇ ਆ ਪੰਜਾਬ ਦੇ ਵਿੱਚ ਘਰੇਲੂ ਤੇ ਵੈਸੇ ਹੀ ਫ੍ਰੀ ਆ। ਅਤੇ ਇਹਦੇ ਵਾਸਤੇ ਇਹ ਤਾਂ ਮੇਰਾ ਕਹਿੰਦਾ ਕਿ ਇਹ ਅਨਨੈਸੈਸਰੀ ਕੰਮ ਆ। ਇਹ ਮਤਲਬ ਕਹਿੰਦਾ ਕਿ ਬਿਲਕੁਲ ਨਹੀਂ ਹੋਣਾ ਚਾਹੀਦਾ। ਅਤੇ ਜੋ ਆ ਮਤਲਬ ਕਹਿੰਦਾ ਕਿ ਜਿਹੜੇ ਮੀਟਰ ਜਿਹੜੇ ਨੇ ਉੱਥੇ ਦਫ਼ਤਰਾਂ ਦੇ ਵਿੱਚ ਜ਼ਰੂਰ ਲੱਗਣੇ ਚਾਹੀਦੇ ਆ। ਬਿਲਕੁਲ ਨਹੀਂ ਜੀ। ਇੱਕ ਸਿਰਫ ਬਿਜਲੀ ਬੋਰਡ ਮਹਿਕਮਾ ਐਸਾ ਸੀ ਜਿਹਦੇ ਬਾਰੇ ਇੱਕ ਗੱਲ ਮਸ਼ਹੂਰ ਸੀ ਪਈ, ਬਾਕੀ ਜਿੰਨੇ ਵੀ ਕੰਮ ਨੇ ਪਹਿਲੋਂ ਪੈਸੇ ਦਿਓ ਤੇ ਫਿਰ ਚੀਜ਼ ਮਿਲਦੀ ਹੈ। ਲੇਕਿਨ ਬਿਜਲੀ ਬੋਰਡ ਇੱਕ ਐਸਾ ਅਦਾਰਾ ਸੀ, ਸਰਕਾਰੀ ਅਦਾਰਾ ਸੀ, ਜਿਹੜਾ ਪਹਿਲੋਂ ਮਤਲਬ ਸਮਾਨ ਦਿੰਦਾ ਸੀ, 2 ਮਹੀਨੇ ਬਾਅਦ ਕੋਈ ਪੈਸੇ ਦਿੰਦਾ ਸੀ। ਇਹਦੇ ਵਿੱਚ ਜਿਹੜੇ ਗਰੀਬ ਤਬਕਾ ਵੈ ਜਾਂ ਮਾੜਾ ਤਬਕਾ ਵੈ, ਉਹਨਾਂ ਵਾਸਤੇ ਬਹੁਤ ਜ਼ਿਆਦਾ ਮੁਸ਼ਕਿਲ ਹੋਏਗੀ। ਹਰ ਬੰਦੇ ਕੋਲ ਹਰ ਟਾਈਮ ਪੈਸੇ ਨਹੀਂ ਹੁੰਦੇ। ਮਤਲਬ ਮੰਨ ਲਓ ਪ੍ਰੀਪੇਡ ਵੈ, ਜਿਸ ਤਰ੍ਹਾਂ ਮੋਬਾਈਲ ਹੈ, ਅੱਧੀ ਰਾਤ ਵੈ, ਗਰਮੀ ਦੀ ਬਾਹਰ ਆ ਰਹੀ ਹੈ, ਸੀਜ਼ਨ ਆ ਰਿਹਾ ਵੈ, ਅਤੇ ਉਹ ਤਾਂ ਮਤਲਬ ਲੋਕਾਂ ਵਾਸਤੇ ਬਹੁਤ ਪਰੇਸ਼ਾਨੀ ਹੋ ਜਾਏਗੀ। ਅੱਧੀ ਰਾਤ ਨੂੰ ਕਹਿੰਦਾ ਮੀਟਰ ਬੰਦ ਹੋ ਜਾਏਗਾ, ਕਿਹਦੇ ਘਰ ਕੋਈ ਫੰਕਸ਼ਨ ਚੱਲ ਰਿਹਾ ਉਹਦਾ ਮੀਟਰ ਬੰਦ ਹੋ ਜਾਏਗਾ, ਉਹ ਕੀ ਕਰੇਗਾ। ਇਹ ਸਰਕਾਰ ਦਾ ਇੱਕ ਤਾਨਾਸ਼ਾਹੀ ਜਿਹਨੂੰ ਹੀਟਰ ਦੀ ਫਰਮਾਨ ਹੈ, ਇਹ ਫਰਮਾਨ ਜਿਹੜਾ ਬਹੁਤ ਗਲਤ ਹੈ। ਸਰਕਾਰ ਨੂੰ ਇਹਦਾ ਖਿਮਾਇਦਾ ਫਿਰ 2024 ਭੁਗਤਣਾ ਪਏਗਾ। ਦੇਖੋ, ਗੌਰਮੈਂਟ ਕਈ ਤਰ੍ਹਾਂ ਦੀਆਂ ਯੋਜਨਾਵਾਂ ਲੈ ਕੇ ਆਉਂਦੀਆਂ ਨੇ, ਪਰ ਜਿਹੜੀ ਇਹ ਲੈ ਕੇ ਆਏ ਨੇ ਪ੍ਰੀਪੇਡ ਬਿਜਲੀ ਦੇ ਮੀਟਰ, ਇਹਦੇ ਬਾਰੇ ਪਹਿਲਾਂ ਤਾਂ ਲੋਕਾਂ ਨੂੰ ਅਵੇਅਰ ਕਰੋ ਵੀ ਇਹਦੇ ਕੀ ਫਾਇਦੇ ਨੇ।
ਮੇਨ ਪਹਿਲਾਂ ਸੀ ਵੀ ਚੋਰੀ ਰੋਕਣੀ। ਚੋਰੀ ਰੋਕਣ ਲਈ ਇਹਨਾਂ ਨੇ ਪਹਿਲਾਂ ਸਾਰੇ ਜਿਹੜੇ ਮੀਟਰ ਨੇ ਉਹ ਬਾਹਰ ਕੱਢ ਕੇ ਘਰਾਂ 'ਚੋਂ ਬਾਹਰ ਲਗਾ ਦਿੱਤੇ ਸੀ, ਅਤੇ ਜਿਹਦੇ ਨਾਲ ਚੋਰੀ ਜਿਹੜੀ ਹੈ ਬਿਲਕੁਲ ਰੁਕ ਗਈ ਹੈ। ਤਕਰੀਬਨ ਹੁਣ ਚੋਰੀ ਦੀ ਕੋਈ ਕੰਪਲੇਂਟ ਜਿਹੜੀ ਆ ਨਹੀਂ ਆ ਰਹੀ। ਪਰ ਇਹ ਜਿਹੜੇ ਹੁਣ ਪ੍ਰੀਪੇਡ ਮੀਟਰ ਜਿਹੜੇ ਲਗਾਉਣੇ ਨੇ, ਇਹਦੇ ਕਈ ਜਿਹੜੇ ਨੇ ਮਤਲਬ ਮੇਰਾ ਨਜ਼ਰੀਆ ਵਾ, ਉਹ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਆ ਸਕਦੀਆਂ ਨੇ। ਜੇ ਮੰਨ ਲਓ ਕਿਸੇ ਦਾ ਰੀਚਾਰਜ ਜਿਹੜਾ ਉਹ ਰਾਤ ਨੂੰ ਖਤਮ ਹੋ ਜਾਂਦਾ, ਤਾਂ ਉਹ ਬੰਦਾ ਉਹਨੂੰ ਰੀਚਾਰਜ ਕਿੱਦਾਂ ਕਰਵਾਏਗਾ, ਕਿੱਥੇ ਜਾਏਗਾ? ਇਹ ਨਾਲੋਂ ਪਹਿਲਾਂ ਆ ਕਿ ਇੱਦਾਂ ਦੀ ਹੋਵੇ ਸਕੀਮ, ਇੱਦਾਂ ਦਾ ਹੋਵੇ ਕਿ ਪਹਿਲਾਂ ਤਾਂ ਕਲੀਅਰ ਕਰੋ ਲੋਕਾਂ ਨੂੰ ਵੀ ਇਹ ਸਿਸਟਮ ਕਿਸ ਤਰ੍ਹਾਂ ਕੰਮ ਕਰਨਾ, ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ। ਮੇਨ ਜਿਹੜਾ ਸੀ ਵੀ ਚੋਰੀ ਰੋਕਣੀ ਹੈ, ਚੋਰੀ ਤਾਂ ਰੁਕ ਗਈ ਦੀ ਹੈ। ਹੁਣ ਆਹ ਜਿਹੜਾ ਪ੍ਰੀਪੇਡ ਮੀਟਰ ਲਿਆਂਡੇ, ਇਹ ਮੈਨੂੰ ਨਹੀਂ ਸਮਝ ਆ ਰਹੀ ਵੀ ਇਹਨਾਂ ਦਾ ਮੋਟਿਵ ਕੀ ਹੈਗਾ। ਤੇ ਇਹ ਜਿਹੜੇ ਮੇਰੀ ਹੋਰ ਰਾਏ ਆ, ਆੜੀਆਂ ਸਰਕਾਰੀ ਜਿੰਨੇ ਵੀ ਡਿਪਾਰਟਮੈਂਟ ਹੈਗੇ ਆ, ਇਹਨਾਂ ਨੇ ਕਰੋੜਾਂ ਰੁਪਏ ਬਿਜਲੀ ਦੇ ਬੋਰਡ ਦਾ ਦੇਣਾ ਵਾ, ਇਹਨਾਂ ਕੋਲੋਂ ਕਿਉਂ ਨਹੀਂ ਵਸੂਲ ਕੀਤਾ ਜਾਂਦਾ? ਜ਼ਿਆਦਾਤਰ ਥਾਣੇ ਕੀ ਮਤਲਬ ਜਿੰਨੀਆਂ ਵੀ ਸਰਕਾਰੀ ਡਿਪਾਰਟਮੈਂਟ ਹੈਗੇ ਨੇ ਸਾਰੇ ਡਿਫਾਲਟਰ ਹੋਏ ਦੇ ਨੇ, ਇਹਨਾਂ ਕੋਲੋਂ ਤਾਂ ਪਹਿਲੇ ਵਸੂਲ ਕਰ ਲਓ। ਲੋਕਾਂ ਦਾ ਤੁਸੀਂ ਗਲਾ ਘੁੱਟਣ ਨੂੰ ਬੜੀ ਜਲਦੀ ਆ ਜਾਂਦੇ ਹੋ। ਪਰ ਇਹਨਾਂ ਕੋਲੋਂ ਤਾਂ ਆਪਣੇ ਸਾਰੇ ਵਸੂਲੀ ਕਰ ਲਓ, ਤੇ ਫਿਰ ਲੋਕਾਂ ਦਾ ਵੀ ਗਲਾ ਘੁੱਟਣ ਆ ਜਿਓ। ਵੇਖੋ ਜੀ, ਭਗਵੰਤ ਮਾਨ ਸਰਕਾਰ ਜਿਹੜੀ ਹੈ ਵਧੀਆ ਤੋਂ ਵਧੀਆ ਫੈਸਲੇ ਲੈ ਰਹੀ ਹੈ। ਪੰਜਾਬ ਦੇ 87% ਲੋਕਾਂ ਨੂੰ ਬਿਜਲੀ ਤੇ ਫ੍ਰੀ ਹੋ ਗਈ ਹੈ, ਜਿਹੜੇ ਕਿ 600 ਯੂਨਿਟ ਦੇ ਅੰਦਰ 2 ਮਹੀਨਿਆਂ 'ਚ ਬਾਲ ਕੇ ਤੇ ਆਪਣਾ ਉਹ ਫ੍ਰੀ ਬਿੱਲ ਜਿਹੜੇ ਆ ਰਹੇ ਨੇ। ਜੇਕਰ ਉਹ ਪ੍ਰੀਪੇਡ ਲਾ ਰਹੇ ਨੇ ਆਪਣੇ ਸਰਕਾਰੀ ਦਫ਼ਤਰਾਂ 'ਚ, ਉਹਨਾਂ ਪਹਿਲਾਂ ਇਹਨੂੰ ਸ਼ੁਰੂਆਤ ਕੀਤਾ ਕਿ ਇਹਦੀ ਇੰਪਲੀਮੈਂਟੇਸ਼ਨ ਸਰਕਾਰ ਦੇ ਦਫ਼ਤਰਾਂ ਤੋਂ ਹੀ ਸ਼ੁਰੂ ਕੀਤੀ ਜਾਵੇ। ਇਹ ਇੱਕ ਬੜਾ ਸ਼ਲਾਘਾਯੋਗ ਕਦਮ ਹੈ। ਬਾਕੀ ਦੇਖੋ, ਬਿੱਲ ਤੇ ਜੇ ਕਿਸੇ ਦਾ ਆਉਂਦਾ ਵਾ ਤੇ ਉਹਨੂੰ ਤਾਰਨਾ ਹੁੰਦਾ, ਨਹੀਂ ਤੇ ਲੋਕਾਂ ਦੇ ਵੇਖੋ ਲੱਖ ਰੁਪਏ ਪਿੱਛੇ ਏਰੀਅਰ ਬਣ ਗਏ ਸੀ, 50 ਹਜ਼ਾਰ ਏਰੀਅਰ ਬਣੀ ਜਿਹੜੇ ਕਿ ਸਰਕਾਰ ਨੇ ਮਾਫ ਕੀਤੇ ਸੀ। ਪਰ ਹੁਣ ਸਵਾਲ ਪੈਦਾ ਹੁੰਦਾ ਕਿ ਜਿੰਨੀ ਅਸੀਂ ਬਿਜਲੀ ਬਾਲਦੇ ਆ, ਜੇ ਉਹ ਮੋਬਾਈਲ ਦੀ ਤਰ੍ਹਾਂ ਉਹਦਾ ਆ ਜਾਂਦਾ ਬਿੱਲ, ਤੇ ਕੋਈ ਮਾੜੀ ਗੱਲ ਨਹੀਂ। ਇੱਕ ਤਾਂ ਸਰਕਾਰ ਦੀ ਕਲੈਕਸ਼ਨ ਜਿਹੜੀ ਉਹ ਟਾਈਮਲੀ ਹੋਏਗੀ, ਲੋਕਾਂ ਨੂੰ ਵੀ ਸਹੂਲਤ ਹੋਏਗੀ, ਲੋਕ ਵੀ ਡਰੇ ਰਹਿਣਗੇ ਕਿ ਭਾਈ ਹੁਣ ਬਿਜਲੀ ਜਿਹੜੀ ਹਿਸਾਬ ਨਾਲ ਹੀ ਬਾਲੋ। ਕਿਉਂਕਿ ਸਰਕਾਰ ਨੇ ਜਦੋਂ ਬਿਜਲੀ ਫ੍ਰੀ ਕੀਤੀ ਸੀ, ਇਹ ਗੱਲ ਆਖੀ ਸੀ ਕਿ ਇਹਦਾ ਨਜਾਇਜ਼ ਫਾਇਦਾ ਨਾ ਉਠਾਇਓ। ਤੁਸੀਂ ਕੱਲ੍ਹ ਨੂੰ ਇਹ ਕਹੋ ਜੀ ਸਾਨੂੰ ਬਿਜਲੀ ਫ੍ਰੀ ਦੇਤੀ ਹੈ ਤੇ ਜਿੰਨੀ ਮਰਜ਼ੀ ਅਸੀਂ ਬਿਜਲੀ ਬਾਲੀ ਜਾਈਏ। ਇਹਦੇ ਵਿੱਚ ਪੂਰੀ ਮੈਨੇਜਮੈਂਟ ਹੋ ਜਾਏਗੀ, ਬੰਦੇ ਨੂੰ ਪਤਾ ਹੋਏਗਾ ਜੇ ਮੈਂ ਬਿਜਲੀ ਵੱਧ ਬਾਲਾਂਗਾ ਤੇ ਮੈਨੂੰ ਬਿੱਲ ਵੱਧ ਆਉਣਾ, ਉਹ ਆਪਣੀ ਮੈਨੇਜਮੈਂਟ ਕਰੇਗਾ। ਕਿਉਂਕਿ ਸਰਕਾਰ ਕੋਲ ਬਿਜਲੀ ਬਹੁਤ ਘੱਟ ਹੈ, ਕੋਲਾ ਬਹੁਤ ਮਹਿੰਗਾ ਵਾ, ਉਹਨੂੰ ਸਾਰਾ ਮੈਨੇਜ ਕਰਨ ਵਾਸਤੇ ਲੋਕਾਂ ਨੂੰ ਵੀ ਸਾਥ ਦੇਣਾ ਪਏਗਾ। ਜਨਤਾ ਦੀ ਸਰਕਾਰ ਹੈ। ਜੇ ਅਸੀਂ ਵਿਰੋਧੀਆਂ ਰਵਾਇਤੀ ਪਾਰਟੀਆਂ ਕੋਲ ਅੱਜ ਆਪਣਾ ਖਹਿੜਾ ਛਡਾਇਆ ਵਾ, ਇਸੇ ਕਰਕੇ ਛਡਾਇਆ ਕਿ ਜਨਤਾ ਨੇ ਸਰਕਾਰ ਚਲਾਉਣੀ ਹੈ। ਤੇ ਭਗਵੰਤ ਮਾਨ ਨੂੰ ਇਹਦੇ ਵਿੱਚ ਜਾਂ ਕਹਿਣਾ ਕਿ ਉਹਨਾਂ ਕਿਉਂ ਕਰਤਾ ਜੀ, ਇਹ ਸਾਰਿਆਂ ਦੇ ਵੈਲਫੇਅਰ ਵਾਸਤੇ ਵਧੀਆ ਵਾ, ਇਹ ਲਾਗੂ ਹੋਣਾ ਹੀ ਚਾਹੀਦਾ ਵਾ। ਬਹੁਤ ਵਧੀਆ ਜੀ। ਆਪਣੇ ਭਗਵੰਤ ਮਾਨ ਸਰਕਾਰ ਜਿਹੜਾ ਵੀ ਫੈਸਲਾ ਲੈਂਦੀ ਹੈ ਲੋਕਾਂ ਦੇ ਹਿੱਤਾਂ ਵਿੱਚ ਲੈਂਦੀ ਹੈ। ਔਰ ਪਹਿਲੇ ਵੀ ਜਿੰਨੇ ਵੀ ਫੈਸਲੇ ਲਏ ਆ, ਜਿੱਦਾਂ ਰੇਟ ਦਾ ਫੈਸਲਾ ਲਿਆ, ਇਹ ਵੀ ਲੋਕਾਂ ਦੇ ਹਿੱਤ ਵਿੱਚ ਲਿਆ ਆ। ਜੇ ਬਿਜਲੀ ਮਾਫ ਦਾ ਲਿਆ ਸੀਗਾ, ਲੋਕਾਂ ਦੇ ਹਿੱਤ ਵਿੱਚ ਲਿਆ ਸੀ। ਹੁਣ ਵੀ ਜਿਹੜਾ ਉਹਨਾਂ ਨੇ ਇਹ ਫੈਸਲਾ ਲਿਆ ਆ ਬੜਾ ਵਧੀਆ ਆ ਵੀ ਜੇ ਸਰਕਾਰੀ ਦਫ਼ਤਰਾਂ ਦੇ ਵਿੱਚ ਕਈ ਦਫ਼ਤਰ ਇਹੋ ਜਿਹੇ ਹੈਗੇ ਲੱਖਾਂ ਰੁਪਏ ਬਿੱਲ ਉਹਨਾਂ ਦੇ ਬਣਦੇ ਪਏ ਤੇ ਲੇਕਿਨ ਉਹ ਤਾਰ ਨਹੀਂ ਰਹੇ, ਲੇਕਿਨ ਉਹਦਾ ਆਪਣੇ ਫਾਇਦਾ ਸਰਕਾਰ ਨੂੰ ਹੋਏਗਾ। ਉਹ ਜਿਹੜਾ ਮਾਲੀਆ ਸਰਕਾਰ ਨੂੰ ਆਏਗਾ, ਗਰੀਬਾਂ ਦੀ ਹਿੱਤ ਵਿੱਚ ਲੋੜਾਂ ਅਨੁਸਾਰ ਵਰਤਿਆ ਜਾਊਗਾ ਔਰ ਇਹਦੇ ਨਾਲ ਬਿਜਲੀ ਦੀ ਵੀ ਬਚਤ ਹੋਏਗੀ। ਕਿਉਂਕਿ ਆਮ ਲੋਕਾਂ ਦੇ ਵੇਖਿਆ ਵੀ ਜੇ ਬਿਜਲੀ ਦੀ ਲੋੜ ਵੀ ਨਹੀਂ ਤਾਂ ਵੀ ਉਹਨਾਂ ਦੇ ਆਪਣੇ ਪੁਆਇੰਟ ਜਿਹੜੇ ਚੱਲਦੇ ਹੋਣਗੇ, ਲੇਕਿਨ ਇਹਦੇ ਨਾਲ ਇਹ ਹੋਏਗਾ ਵੀ ਜਿਹੜੇ ਆਪਣੇ ਜਿਹਨੂੰ ਨਹੀਂ ਲੋੜ ਹੈਗੀ ਉਹ ਪੁਆਇੰਟ ਬੰਦ ਕਰਕੇ ਰੱਖਣਗੇ। ਉਹਦੇ ਨਾਲ ਸਰਕਾਰ ਨੂੰ ਬਿਜਲੀ ਦੀ ਬਚਤ ਹੋਊਗੀ, ਲੋਕਾਂ ਦੀ ਵੀ ਆਪਣੇ ਪੈਸੇ ਦੀ ਬਚਤ ਹੋਊਗੀ ਔਰ ਲੋਕਾਂ ਨੂੰ ਕਾਫੀ ਫਾਇਦਾ ਹੋਊਗਾ ਇਹਦੇ ਨਾਲ। ਭਾਜੀ ਪ੍ਰੀਪੇਡ ਦਾ ਮੈਨੂੰ ਤਾਂ ਸਮਝ ਨਹੀਂ ਆਉਂਦਾ ਸੀਐਮ ਸਾਹਿਬ ਕਿਉਂ ਸੋਚ ਰਹੇ ਆ। ਪਹਿਲਾਂ ਤਾਂ 300 ਯੂਨਿਟ ਫ੍ਰੀ ਦਿੱਤੇ ਤੇ, ਜਿਹਦਾ ਪ੍ਰੀਪੇਡ ਪਹਿਲਾਂ ਜਮ੍ਹਾਂ ਕਰਾ ਦੂਗਾ 300 ਯੂਨਿਟ ਮਾਫ ਕਿੱਦਾਂ ਕਰੂਗਾ? ਦੂਜੀ ਗੱਲ, ਪ੍ਰੀਪੇਡ ਕਿਉਂ ਕਰਨਾ? ਇੱਕ ਜਿਹੜਾ ਗਰੀਬ ਬੰਦਾ ਹੈਗਾ ਵਾ, ਜਿਹਦੀ ਤਨਖਾਹ ਘੱਟ ਹੈਗੀ ਹੈ, ਜਿਹਦਾ ਬਿੱਲ ਕਿੰਨਾ ਆਉਣਾ ਉਹ ਕਿੱਦਾਂ ਭਰਦਾ ਉਹਨੂੰ ਪਤਾ ਵਾ, ਉਹ ਪਹਿਲਾਂ ਪੈਸੇ ਕਿਉਂ ਜਮ੍ਹਾਂ ਕਰਾਵੇ? ਇਹ ਮੈਂ ਸੀਐਮ ਸਾਹਿਬ ਨੂੰ ਪੁੱਛਣਾ ਚਾਹੁੰਦਾ। ਇਹ ਮਤਲਬ ਗਰੀਬ ਜਨਤਾ ਨਾਲ ਬੜਾ ਹੀ ਨਜਾਇਜ਼ ਹੋਊਗਾ ਕੰਮ ਜੇ ਕਰਨਗੇ ਪ੍ਰੀਪੇਡ। ਆਮ ਜਨਤਾ ਵੀ ਕਿਉਂ ਪਹਿਲਾਂ ਪੇ ਕਰੇ? ਜਿੰਨਾ ਅਸੀਂ ਵਰਤਾਂਗੇ ਉਹਨਾਂ ਅਸੀਂ ਪੇ ਕਰਦੇ ਹਾਂ, ਤੇ ਆਪਾਂ ਇਹਦਾ ਜਿਹੜਾ ਵਾ ਸਮਰਥਨ ਨਹੀਂ ਕਰਦੇ। ਪ੍ਰੀਪੇਡ ਨਹੀਂ ਹੋਣਾ ਚਾਹੀਦਾ ਭਾਜੀ। ਇਹ ਤਾਂ ਹੁਣ ਉਹੀ ਜਾਣਦੇ ਕਿੱਦਾਂ ਨੀਤੀਆਂ ਚਲਾ ਲਏ। ਫ੍ਰੀ ਕੀਤੀ ਹੈ ਤੇ ਉਹਨੂੰ ਪਹਿਲਾਂ
ਲੋਕਾਂ ਨੂੰ ਪੂਰਾ ਲੈਣ ਦਿਓ। ਹੁਣ ਨਾਲ ਪ੍ਰੀਪੇਡ ਵੀ ਕਰਨ ਲੱਗ ਪਏ, ਇਹਦਾ ਮਤਲਬ ਇਹਨਾਂ ਨੂੰ ਆਪਣੀਆਂ ਨੀਤੀਆਂ ਦਾ ਆਪ ਨਹੀਂ ਸਮਝ ਆ ਰਿਹਾ, ਇੱਕ ਦੂਜੇ ਦੇ ਰਿਵਰਸ ਨੀਤੀਆਂ ਦੋਨੋਂ ਇੱਕ ਦੂਜੇ ਦਾ ਆਪੋਜ਼ਿਟ ਹੈ। ਜੇ ਆਪਾਂ ਨੂੰ ਤਾਂ ਪ੍ਰੀਪੇਡ ਨਹੀਂ ਚਾਹੀਦਾ ਜੀ, ਆਪਾਂ ਉਹਦੇ ਅਗੇਂਸਟ ਆ, ਪ੍ਰੀਪੇਡ ਨਹੀਂ ਹੋਣਾ ਚਾਹੀਦਾ। ਸਾਡੇ ਹਿਸਾਬ ਨਾਲ ਨਹੀਂ ਹੋਣੇ ਚਾਹੀਦੇ ਜੀ। ਕਾਰਨ ਕਿ ਇੱਕ ਤਾਂ ਪਹਿਲਾਂ ਐਡਵਾਂਸ ਸਾਨੂੰ ਪ੍ਰੀਪੇਡ ਰੀਚਾਰਜ ਕਰਾਉਣਾ ਪਏਗਾ, ਤੇ ਉਹ 'ਚ ਸਾਨੂੰ ਥੋੜੀ ਸਹੂਲਤ ਮਿਲਦੀ ਹੈ ਕਿ ਬਾਅਦ 'ਚ ਪੈਸੇ ਦੇਣੇ ਪੈਂਦੇ, ਟਾਈਮ ਵੀ ਮਿਲਦਾ ਬਿੱਲ ਜਮ੍ਹਾਂ ਕਰਾਉਣ ਦਾ। ਫਿਰ ਪੰਜਾਬ ਸਰਕਾਰ ਕੋਲ ਇਹ ਵੀ ਹੈ ਕਿ ਫ੍ਰੀ ਵੀ ਹੈ, ਉਹ ਵੀ ਦਾਇਰੇ ਤੋਂ ਬਾਹਰ ਹੋ ਜਾਏਗਾ ਇਸ ਹਿਸਾਬ ਨਾਲ। ਹਾਂਜੀ ਹਾਂ, ਤੇ ਇਹ ਤਾਂ ਹੁਣ ਸਰਕਾਰ ਦੀ ਸਾਨੂੰ ਆਪ ਨਹੀਂ ਦੋ ਲੈਂਦੀ ਦੀ ਸਮਝ ਲੱਗਦੀ ਕਿ ਕੀ ਕਰ ਰਹੀ ਹੈ। ਇੱਕ ਪਾਸੇ ਸਹੂਲਤ ਦੇ ਰਹੀ ਹੈ, ਦੂਜੇ ਪਾਸੇ ਹੱਥ ਖਿੱਚ ਰਹੀ ਹੈ। ਇਹ ਕੁਝ ਸਮਝ ਤੋਂ ਬਾਹਰ ਹੈ ਕੰਮ। ਕਈ ਲੋਕ ਕਹਿ ਰਹੇ ਨੇ ਇਹਨਾਂ ਦੀ ਤਨਖਾਹਾਂ ਹੀ ਜਿਹੜੀਆਂ ਘੱਟ ਹੈ, ਘਰ ਦੇ ਖਰਚੇ ਪੂਰੇ ਹੁੰਦੇ ਨੇ, ਉਹਨਾਂ ਰੀਚਾਰਜ ਕਿੱਦਾਂ ਕਰਾਂਗੇ? ਬਿਲਕੁਲ ਸਹੀ ਗੱਲ ਕਹਿ ਰਹੇ ਆ ਜੀ। ਰੀਚਾਰਜ ਪਹਿਲਾਂ ਐਡਵਾਂਸ ਕਿੱਦਾਂ ਕਰਾਉਣਗੇ? ਇਹਨਾਂ ਮਤਲਬ ਪਹਿਲਾਂ 100 ਰੁਪਏ ਪਾਈਏ ਤਾਂ 100 ਦੀ ਬੱਤੀ ਮਿਲੇਗੀ, ਤੇ ਨਹੀਂ ਪੈਸੇ ਹੋਣਗੇ ਬੱਤੀ ਬੰਦ ਹੋ ਜਾਏਗੀ। ਹੋਣੇ ਚਾਹੀਦੇ ਕਿ ਨਹੀਂ? ਨਹੀਂ, ਬਿਲਕੁਲ ਨਹੀਂ ਹੋਣੇ ਚਾਹੀਦੇ ਜੀ। ਜੋ ਚੱਲ ਰਿਹਾ ਐਸਾ ਹੀ ਚੱਲਣਾ ਚਾਹੀਦਾ। ਮੇਰੇ ਹਿਸਾਬ ਨਾਲ ਤਾਂ ਨਹੀਂ ਹੋਣੇ ਚਾਹੀਦੇ। ਦੇਖੋ ਸਰਕਾਰੀ ਅਦਾਰੇ ਉਹਨਾਂ ਦੀ ਸੈਲਰੀਆਂ ਜ਼ਿਆਦਾ ਹੈਗੀਆਂ ਵਾ, ਠੀਕ ਹੈ ਨਾ। ਦੁਕਾਨਦਾਰ ਆਪਣੀ ਜਗ੍ਹਾ ਸਹੀ ਹੈਗਾ ਵਾ, ਤੇ ਰੀਚਾਰਜ ਜੇ ਕਿਸੇ ਕੋਲ ਨਾ ਹੋਇਆ ਫਿਰ ਕਿੱਦਾਂ ਕਰੂਗਾ? ਠੀਕ ਹੈ ਨਾ। ਰਾਤੀ ਬਰਾਤੀ ਕਿਤੇ ਲੋਡ ਪੈ ਜਾਵੇ ਤੇ ਫਿਰ ਰੀਚਾਰਜ ਨਾ ਹੋਵੇ ਫਿਰ, ਤੇ ਮੈਂ ਇਹੀ ਕਹਿਣਾ ਕਿ ਜਿੱਦਾਂ ਚੱਲਦਾ ਪਿਆ ਉੱਦਾਂ ਹੀ ਚੱਲੀ ਜਾਵੇ। ਤੇ ਕਿੱਦਾਂ ਹੁਣ ਬਾਕੀ ਲੋਕਾਂ ਦੇ ਬਕਾਇਆ ਉਹ ਕਿੱਦਾਂ ਕਰੂਗੇ ਫਿਰ? ਤੇ ਮੁਸ਼ਕਲ ਹੀ ਹੈ ਵੈਸੇ ਪ੍ਰੀਪੇਡ ਦਾ ਬਹੁਤ ਜ਼ਿਆਦਾ। ਪੰਜਾਬ ਨੂੰ ਸਹੂਲਤ ਦੇਣੀ ਹੈ, ਪੰਜਾਬ ਲਈ 600 ਯੂਨਿਟ ਫ੍ਰੀ ਕੀਤਾ ਜਾਂਦਾ, ਦੂਜੇ ਪਾਸੇ ਪ੍ਰੀਪੇਡ ਕਿਸ ਤਰ੍ਹਾਂ ਦੀ ਕੀ ਸਰਕਾਰ ਕੀ ਰਣਨੀਤੀ ਖੇਡਦੀ ਹੈ? ਸਾਨੂੰ ਤਾਂ ਆਪ ਨਹੀਂ ਸਮਝ ਲੱਗਦੀ ਕੀ ਰਣਨੀਤੀ ਖੇਲਦੀ ਪਈ ਹੈ। ਪਰ ਚਾਹੀਦਾ ਨਹੀਂ, ਇੱਕ ਪਾਸੇ 600 ਯੂਨਿਟ ਮਾਫ ਕਰਦੇ ਪਏ, ਇੱਕ ਪਾਸੇ ਪ੍ਰੀਪੇਡ ਕਰ ਦਿੱਤੇ। ਹੁਣ ਸਿਰਫ ਇੱਕ ਕੀ ਆਮ ਆਦਮੀ ਪਾਰਟੀ ਵਾਸਤੇ ਹੀ ਸੀਗਾ, ਸਰਕਾਰ ਲਿਆਉਣ ਵਾਸਤੇ ਹੀ ਕਰਦੇ ਪਏ ਸੀਗੇ। ਲੋਕਾਂ ਨੂੰ ਲਾਲਚ ਦਿੱਤਾ ਪਹਿਲੇ ਉਹਨਾਂ ਨੇ, ਤੇ ਹੁਣ ਆਪਣੇ ਦਿਖਾਉਂਦੇ ਪਏ। ਪਰ ਮੁਸ਼ਕਲ ਹੀ ਆਉਣ ਵਾਲਾ ਟਾਈਮ। ਜਿਹੜੇ ਗੌਰਮੈਂਟ ਨੇ ਇਹਦੇ ਕੀਤੇ ਹੋਏ ਨੇ ਵੀ ਬਿੱਲ ਬਣਾਉਂਦੇ ਜਾਂ ਹੋਰ ਬਣਾਉਂਦੇ ਨੇ, ਇਹਨਾਂ ਨੂੰ ਮਾਫ ਨਹੀਂ ਕਰਨਾ ਚਾਹੀਦਾ। ਬਿੱਲ ਦੇ ਰੇਟ ਲਾਣੇ ਚਾਹੀਦੇ ਨੇ। ਜਿਹੜੀ ਸਰਕਾਰ ਨੇ ਬਣਾਏ ਨੇ ਵੀ ਯੋਜਨਾ ਪ੍ਰੀਪੇਡ ਬਿੱਲ ਹੈ, ਗਲਤ ਕੰਮ ਹੈ। ਵੀ ਜਿੱਦਾਂ ਐਜੀਟੀ 'ਚ ਪਹਿਲਾਂ ਚੱਲਦਾ ਉੱਦਾਂ ਹੀ ਬਣਾਉਣੇ ਚਾਹੀਦੇ ਨੇ। ਗਰੀਬ ਨੂੰ ਗਰੀਬ ਵਾਲੇ ਲਾਣੇ ਰੇਟ ਚਾਹੀਦੇ ਨੇ, ਜਿਹੜੀ ਫੈਕਟਰੀਆਂ ਨੂੰ ਰੇਟ ਚਾਹੀਦੇ ਫੈਕਟਰੀਆਂ ਨੂੰ ਚਾਹੀਦੇ ਨੇ। ਜਿਸ ਤਰ੍ਹਾਂ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਪ੍ਰੀਪੇਡ ਮੀਟਰ ਲਗਾਉਣ ਦੀ ਗੱਲ ਕੀਤੀ ਸੀ, ਪਿੰਡਾਂ ਵਾਲਿਆਂ ਨੇ ਜਿਹੜਾ ਵਿਰੋਧ ਕੀਤਾ ਸੀ। ਵਿਰੋਧ ਕੀਤਾ, ਬਿਲਕੁਲ ਸਹੀ ਕੀਤਾ ਸੀ, ਬਿਲਕੁਲ ਸਹੀ ਕੀਤਾ ਸੀਗਾ। ਵੀ ਜਦੋਂ ਐਜੀਟੀ 'ਚ ਪਹਿਲੇ ਹੀ ਬਿੱਲ ਚੱਲਦੇ ਪਏ ਨੇ ਉੱਦਾਂ ਹੀ ਮੀਟਰ ਚੱਲਣੇ ਚਾਹੀਦੇ। ਇਹ ਗਲਤ ਆ ਜਿਹੜੇ ਇਹ ਕੰਮ ਗੌਰਮੈਂਟ ਚੱਕਦੀ ਪਈ ਹੈਗੀ। ਤੇ ਜਿਹੜੇ ਹੁਣ ਸਰਕਾਰੀ ਦਫ਼ਤਰਾਂ ਦੇ ਵਿੱਚ ਪ੍ਰੀਪੇਡ ਲਗਾ ਰਹੀ ਹੈ, ਇਹਦੇ ਵਿੱਚ ਜਿਹੜਾ ਬਿੱਲ ਜਿਹੜਾ ਸਰਕਾਰੀ ਦੇ ਵਿੱਚ ਇਹ ਹੋ ਸਕਦਾ ਜੀ, ਜਦੋਂ ਸਰਕਾਰ ਆਪਾਂ ਪੈਸੇ ਨਹੀਂ ਦਿੰਦੀ, ਕੋਈ ਵੀ ਹੈ ਉਹਦੇ 'ਚ ਜਦੋਂ ਪੈਸੇ ਨਹੀਂ ਮਿਲਦੇ ਜਾਂ ਨਹੀਂ ਮਿਲਦੇ, ਏਸੀ ਚੱਲੀ ਜਾਂਦੇ, ਹੋਰ ਚੱਲੀ ਜਾਂਦੇ ਨੇ, ਉਹ ਗੌਰਮੈਂਟ ਨੂੰ ਹੀ ਚੱਕਣਾ ਪੈ ਰਿਹਾ ਬੋਝ। ਇਸ ਕਾਰਨ ਉਹਨਾਂ ਨੂੰ ਬਿੱਲ ਦੇਣੇ ਚਾਹੀਦੇ ਨੇ। ਕਿਤੇ ਨਾ ਕਿਤੇ ਇਹ ਵੀ ਦੇਖਿਆ ਗਿਆ ਸੀਗਾ, ਸਰਕਾਰੀ ਦਫ਼ਤਰਾਂ ਦੇ ਵਿੱਚ ਅਫਸਰ ਬੈਠੇ ਹੁੰਦੇ ਨੇ, ਏਸੀ ਚੱਲਦੇ ਆ, ਔਰ ਸਰਦੀਆਂ ਵਿੱਚ ਜਿਹੜੇ ਕਿ ਹੀਟਰ ਚੱਲਦੇ ਨੇ, ਤੇ ਉਹਦੇ ਵਿੱਚ ਕਿਤੇ ਨਾ ਕਿਤੇ ਬਿਜਲੀ ਨਜਾਇਜ਼ ਫੂਕੀ ਵੀ ਜਾਂਦੀ ਸੀ। ਨਜਾਇਜ਼ ਫੂਕੀ ਜਾਂਦੀ ਹੈ। ਫਿਰ ਉਹੀ ਕਹਿ ਰਿਹਾ ਜੀ, ਜੇ ਉਹਨਾਂ ਨੂੰ ਦੇਣਾ ਚਾਹੀਦਾ, ਉਹਨਾਂ ਨੂੰ ਬਿੱਲ ਦੇਣਾ ਚਾਹੀਦਾ ਹੈਗਾ। ਚਾਹੇ ਤਹਿਸੀਲਦਾਰ ਨੇ, ਚਾਹੇ ਇਹ ਆ, ਚਾਹੇ ਪਟਵਾਰੀ ਆ, ਚਾਹੇ ਥਾਣੇ ਨੇ, ਜਾਂ ਹੋਰ ਨੇ, LIC ਵਾਲੇ ਨੇ। ਇਹ ਥੋੜ੍ਹਾ ਵੀ ਉਹ ਚੱਲੀ ਜਾਣ। ਉਹਦਾ ਨੁਕਸਾਨ ਹੀ ਹੈ ਜੀ, ਗਰੀਬ ਬੰਦੇ ਲਈ ਨੁਕਸਾਨ। ਆਪਾਂ ਨੂੰ ਪਹਿਲਾਂ ਪੈਸੇ ਦੇਣੇ ਪੈਣਗੇ, ਆਪਾਂ ਵਰਤ ਕੇ ਪੈਸੇ ਦਿੰਦੇ ਹਾਂ। ਉਦਾਨ ਹੈ ਨਹੀਂ ਜੀ, ਲੋਸ ਹੈ ਨਹੀਂ। ਜਿਹੜੇ ਮੀਟਰ ਲਗਾ ਹਾਂ, ਪ੍ਰੀਪੇਡ ਨਹੀਂ ਬਣਾਉਣਾ ਜੀ। ਪੁਰਾਣੇ ਮੀਟਰਾਂ ਦੀ ਵੀ ਗੱਲ ਕਰਦੇ ਆ, ਜੇ ਅਗਰ ਥੋੜਾ ਬਹੁਤਾ ਬਿੱਲ ਲਗਾਉਂਦੇ ਰਹਿੰਦੇ ਤੇ ਇਸ ਵੇਲੇ ਘਾਟਾ ਨਾ ਪੈਂਦਾ ਸਰਕਾਰ ਨੂੰ। ਉਹ ਤਾਂ ਹੁੰਦਾ ਹੀ ਹੈ ਜੀ। ਜਦੋਂ ਆਪਾਂ ਇੱਕ ਨੂੰ ਆਇਆ ਵੀ ਜਿਹੜੇ ਪੁਰਾਣੇ ਮੀਟਰ ਨੇ, ਜਿੱਦਾਂ ਆਪਾਂ 2 ਮਹੀਨੇ ਦਿੰਦੇ, 4 ਮਹੀਨੇ ਦਿੰਦੇ, ਆਪਣਾ ਮੀਟਰ ਚੱਲਦੇ ਰਹਿ ਜਾਂਦੇ ਨੇ, ਉਹਦੇ 'ਚ ਆਪਾਂ ਨੂੰ ਵੀ ਮਿਲ ਜਾਂਦੀ ਆ, ਅਗਲੇ ਆਪਣਾ ਇੰਟਰਸਟ ਲੈ ਲੈਂਦੇ ਨੇ। ਜੇ ਉਹ ਪ੍ਰੀਪੇਡ ਦੇ ਹੋਊਗਾ, ਪਹਿਲਾਂ ਹੀ ਬੰਦ ਹੋ ਗਿਆ, ਬੱਚਿਆਂ ਨੇ ਪੜ੍ਹਨਾ ਜਾਂ ਹੋਰ ਕੋਈ ਕੰਮ ਕਰਨਾ, ਕਿਸੇ ਨੇ ਘਰ ਬੈਠਣਾ ਜਾਂ ਉਹ ਨਹੀਂ ਹੈ, ਇਹ ਵੀ ਗਲਤ ਕੰਮ ਹੋ ਜਾਊਗਾ ਜੇ ਪ੍ਰੀਪੇਡ ਬਿੱਲ ਲਾਉਣ। ਸਰਕਾਰ ਨੇ ਪ੍ਰੀਪੇਡ ਕੀਤਾ, ਇਹ ਨਹੀਂ ਕਰਨਾ ਚਾਹੀਦਾ। ਜਿਹੜੇ ਪੁਰਾਣੇ ਲੱਗੇ ਉਹੀ ਰਹਿਣੇ ਚਾਹੀਦੇ ਨੇ। ਬਿਲਕੁਲ ਸਹੀ ਬਿੱਲ ਲਾਗੂ ਹੋਣੇ ਚਾਹੀਦੇ, ਲਾਗੂ ਹੋਣਾ ਚਾਹੀਦਾ, ਹਰ ਥਾਂ ਦੇ ਉੱਪਰ ਲਾਗੂ ਹੋਣਾ ਚਾਹੀਦਾ। ਰੇਟ ਘਟਾ ਕੇ ਉਹਦੀ ਚਲਾਉਣਾ ਚਾਹੀਦਾ। ਗਰੀਬ ਨੂੰ ਗਰੀਬ ਦਾ, ਉਹਦੇ ਕਿਲੋਵਾਟ ਦੇ ਸੀ ਬਿਲਕੁਲ ਮਾਫ ਨਹੀਂ ਕਰਨੇ ਚਾਹੀਦੇ। ਸਰਕਾਰ ਨੂੰ ਤਾਂ ਹੀ ਘਾਟਾ ਪਿਆ। ਉਹ ਚੰਨੀ ਸਰਕਾਰ ਨੇ ਜੇ ਇੱਕ ਫਾਇਦਾ ਕੀਤਾ, ਦੂਸਰੇ ਪਾਸੇ ਉਹ ਵੀ ਘਾਟਾ ਉਹ ਕਿੱਥੇ ਤੱਕ ਦੇਈ ਜਾਣਗੇ ਜੀ। ਹਰੇਕ ਚੀਜ਼ ਫ੍ਰੀ, ਹਰੇਕ ਚੀਜ਼ ਫ੍ਰੀ ਕਿਹਨੂੰ ਦੇਈ ਜਾਣਗੇ? ਕਿਤੇ ਨਾ ਕਿਤੇ ਸਰਕਾਰਾਂ ਫਿਰ ਜਿਹੜੀਆਂ ਘਾਟੇ ਜਾਂਦੀਆਂ, ਘਾਟੇ ਤਾਂ ਹੀ ਜਾਣਗੀਆਂ। ਬਿਲਕੁਲ ਤੁਹਾਡੀ ਸਹੀ ਗੱਲ ਹੈ। ਸਰਕਾਰ ਵੱਲੋਂ ਪ੍ਰੀਪੇਡ ਮੀਟਰ ਜਿਹੜੇ ਸਰਕਾਰੀ ਦਫ਼ਤਰਾਂ ਵਿੱਚ ਕਰ ਰਹੇ ਆ, ਕੀ ਕਹਿਣਾ ਚਾਹੁੰਦੇ ਹੋ? ਇਹ ਮੀਟਰ ਲੱਗਣੇ ਤਾਂ ਜ਼ਰੂਰ ਚਾਹੀਦੇ। ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਮੁਲਾਜ਼ਮ ਬੈਠੇ ਆ, ਉਹ ਸਰਦੀਆਂ ਗਰਮੀਆਂ ਦੇ ਵਿੱਚ ਤਾਂ ਏਸੀ ਸਵੇਰੇ ਆਉਣ ਤੋਂ ਪਹਿਲੇ ਉਹਨਾਂ ਦੇ ਮੁਲਾਜ਼ਮ ਜਿਹੜੇ ਅੱਗੇ ਰੱਖੇ ਹੁੰਦੇ ਚਲਾ ਲੈਂਦੇ ਆ, ਤੇ ਸਰਦੀਆਂ ਦੇ ਵਿੱਚ ਉਹ ਹੀਟਰਾਂ ਦਾ ਵਰਤੋਂ ਕਰਦੇ ਆ। ਇਸ ਕਰਕੇ ਇਹ ਮੀਟਰ ਲੱਗਣੇ ਜ਼ਰੂਰ ਚਾਹੀਦੇ ਆ। ਇਹ ਜਿਹੜੇ ਸਰਕਾਰੀ ਮੁਲਾਜ਼ਮ, ਇਹਨਾਂ ਦੇ ਉੱਪਰ ਹੀ ਬਿੱਲ ਪੈਣਾ ਚਾਹੀਦਾ ਵਾ।
ਜਿਹੜੇ ਪੁਰਾਣੇ ਬਿੱਲ ਆਉਂਦੇ ਸੀਗੇ, ਜਿਸ ਤਰ੍ਹਾਂ ਪੁਰਾਣੇ ਮੀਟਰ ਲੱਗੇ ਸੀਗੇ 300 ਯੂਨਿਟ ਸਰਕਾਰ ਨੇ ਜਿਹੜੇ ਫ੍ਰੀ ਦਿੱਤੀ ਹੈ, ਕੀ ਉਹ ਜਿਹੜਾ ਕਿ ਇਹਦੇ ਵਿੱਚ ਸਰਕਾਰ ਨੂੰ ਕਿਤੇ ਨਾ ਕਿਤੇ ਨੁਕਸਾਨ ਵੀ ਹੋਇਆ? ਨੁਕਸਾਨਦਾਇਕ ਇਸ ਤਰ੍ਹਾਂ ਵਾ, ਜਿਨ੍ਹਾਂ ਦੇ ਘਰ ਦੇ ਵਿੱਚ 500 ਤੋਂ 600 ਤੋਂ 5 ਯੂਨਿਟ ਵੀ ਉੱਪਰ ਫੂਕ ਜਾਂਦੇ ਆ, ਉਹ ਜਿਹੜੇ ਬਿਜਲੀ ਮੁਲਾਜ਼ਮ ਹੈਗੇ ਉਹ 500 ਰੁਪਈਆ ਲੈ ਕੇ ਉਹਨਾਂ ਦੇ 495 ਦਾ ਬਿੱਲ ਦੇ ਦਿੰਦੇ ਆ। ਕਿਤੇ ਨਾ ਕਿਤੇ ਹੇਰ-ਫੇਰ ਹੋ ਰਹੀ ਹੈ। ਹੇਰ-ਫੇਰ ਹੋ ਰਹੀ ਆ। ਸਰਕਾਰ ਨੂੰ ਬਹੁਤ ਵੱਡਾ ਘਾਟਾ। ਸਰਕਾਰ ਨੂੰ ਜਿਹਦੇ ਬਿਜਲੀ ਦਾ ਰੇਟ ਘਟਾ ਦੇਣਾ ਚਾਹੀਦਾ ਵਾ, 4 ਰੁਪਏ ਯੂਨਿਟ ਕਰ ਦੇਣਾ ਚਾਹੀਦਾ, ਬਸ ਫ੍ਰੀ ਨਹੀਂ ਬਿਜਲੀ ਦੇਣੀ ਚਾਹੀਦੀ। ਤੇ ਜਿਹੜੀ ਆਮ ਜਨਤਾ ਨੂੰ ਵੀ ਬਿਜਲੀ, ਆਮ ਜਨਤਾ ਨੂੰ ਵੀ ਲੋਕਾਂ ਦੇ ਇਸ ਚੀਜ਼ ਦਾ ਫਾਇਦਾ ਹੋਊਗਾ। ਸਰਕਾਰ ਘਾਟੇ ਤੇ ਜਾ ਰਹੀ ਹੈ ਕਿਤੇ ਨਾ ਸਰਕਾਰ ਤਾਂ ਘਾਟੇ ਜਾਏਗੀ। ਜਿਸ ਘਰਾਂ ਦੇ ਵਿੱਚ 605 ਯੂਨਿਟ ਹੋ ਜਾਂਦੇ ਆ, ਉਹ ਬਿਜਲੀ ਮੁਲਾਜ਼ਮ ਨੂੰ 500 ਰੁਪਏ ਦਿੰਦੇ ਆ, 595 ਦਾ ਬਿੱਲ ਕੱਢ ਕੇ ਦੇ ਜਾਂਦਾ ਅਗਲੇ ਨੂੰ। ਕਿਤੇ। ਤੇ ਜਿਹੜੇ ਹੁਣ ਲਾਗੂ ਕੀਤਾ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਫ੍ਰੀ ਬੈਠ ਦਾ, ਕੀ ਇਹ ਸਹੀ ਹੈ? ਇਹ ਗਲਤ ਆ। ਇਹਨਾਂ ਨੂੰ ਬਿੱਲ ਆਉਣਾ ਜ਼ਰੂਰ ਚਾਹੀਦਾ ਵਾ। ਜਿਹੜੇ ਦਫ਼ਤਰਾਂ ਦੇ ਵਿੱਚ ਮੁਲਾਜ਼ਮ ਲੱਗੇ ਉਹਨਾਂ ਨੂੰ ਬਿੱਲ ਆਉਣਾ ਚਾਹੀਦਾ ਵਾ। ਸਰਕਾਰੀ ਕਈ ਦਫ਼ਤਰਾਂ ਦੇ ਵਿੱਚ ਤਾਂ ਕੁੰਡੀਆਂ ਵੀ ਲੱਗੀਆਂ ਹੁੰਦੀਆਂ ਵਾ, ਕੁੰਡੀਆਂ ਲਾ ਕੇ ਸਭ ਕੁਝ ਚਲਾਈ ਜਾਂਦੇ। ਸਰਕਾਰ ਤਾਂ ਅੱਗੇ ਬਹੁਤ ਘਾਟੇ ਦੇ ਵਿੱਚ ਜਾ ਰਹੀ ਆ। ਇਹਦੇ ਵਿੱਚ ਵੀ ਸਰਕਾਰ ਨੂੰ ਸ਼ਿਕੰਜਾ ਕੱਸਣਾ ਚਾਹੀਦਾ। ਸਕੰਜਾ ਕੱਸਣਾ ਚਾਹੀਦਾ ਵਾ ਸਰਕਾਰ ਨੂੰ, ਤਾਂ ਮੁਲਾਜ਼ਮਾਂ ਉੱਤੇ ਵੀ ਸਕੰਜਾ ਕੱਸਣਾ ਚਾਹੀਦਾ ਵਾ। ਸਰ ਅਸੀਂ ਇਹਦਾ ਪੂਰੇ ਜ਼ੋਰ ਸ਼ੋਰ ਦੇ ਨਾਲ ਇਹਦਾ ਵਿਰੋਧ ਕਰਦੇ ਹਾਂ। ਅੱਜ ਸਰਕਾਰੀ ਦਫ਼ਤਰਾਂ ਵਿੱਚ ਪ੍ਰੀਪੇਡ ਮੀਟਰ ਲਗਾਉਣਗੇ, ਉਸ ਤੋਂ ਬਾਅਦ ਇਹ ਫਿਰ ਘਰਾਂ ਵੱਲ ਨੂੰ ਹੋ ਜਾਣਗੇ। ਇਹੀ ਗੌਰਮੈਂਟ ਹੈ ਜਿਸ ਨੇ ਕਿ ਇਸੀ ਮੀਟਰਾਂ ਦਾ, ਜਿਸ ਵੇਲੇ ਪੰਜਾਬ ਦੇ ਵਿੱਚ ਆਪਣੇ ਕਾਂਗਰਸ ਦੀ ਸਰਕਾਰ ਸੀਗੀ ਤੇ ਇਹੀ ਮੀਟਰਾਂ ਦਾ ਵਿਰੋਧ ਇਹੀ ਸਰਕਾਰ ਕਰ ਰਹੀ ਸੀਗੀ। ਇਹ ਸਰਕਾਰ ਜਿੰਨੇ ਵੀ ਕੰਮ ਕਰ ਰਹੀ ਹੈ ਸਭ ਜਨਤਾ ਦੇ ਖਿਲਾਫ ਕਰ ਰਹੀ ਹੈ। ਜਨਤਾ ਨੂੰ ਖੁਸ਼ ਨਹੀਂ ਕਰ ਸਕੀ ਇਹ ਸਰਕਾਰ। 10 ਮਹੀਨਿਆਂ 'ਚ 11 ਮਹੀਨਿਆਂ 'ਚ ਇਹ ਗਾਹਾਂ ਝੂਠੇ ਵਾਅਦੇ ਕਰੀ ਜਾਂਦੇ ਆ। ਤੁਸੀਂ ਇਸ ਵਾਰ ਦੇਖੋ ਕਿ ਇਹਨਾਂ ਨੂੰ ਬਿਜਲੀ ਨਹੀਂ ਪੂਰੀ ਮਿਲੇਗੀ ਗਰਮੀ ਦੇ ਵਿੱਚ। ਪੰਜਾਬ ਦੇ ਲੋਕਾਂ ਨੂੰ ਬਿਜਲੀ ਨਹੀਂ ਪੂਰੀ ਕਰ ਪਾਉਣਗੇ ਇਹ ਲੋਕ। ਫਿਰ ਇਹਨਾਂ ਬਾਨਾ ਸੁੱਟ ਦੇਣਾ ਮੁਫਤ ਬਿਜਲੀ ਦੇ ਉੱਤੇ। 1000 ਰੁਪਏ ਦਾ ਵਾਅਦਾ ਕੀਤਾ ਸੀ, 1 ਸਾਲ ਹੋ ਚੱਲਿਆ ਸਰਕਾਰ ਨੂੰ, ਉਹ ਵਾਅਦਾ ਪੂਰਾ ਨਹੀਂ ਹੋਇਆ ਹੈਗਾ। ਪਹਿਲੀ ਕਲਮ ਕੇਜਰੀਵਾਲ ਜੀ ਕਹਿ ਕੇ ਗਏ ਸੀ ਹਰੀ ਕਲਮ ਚੱਲੇਗੀ ਜੀ, ਪੰਜਾਬ ਦੇ ਵਿੱਚ ਕੋਈ ਧਰਨਾ ਨਹੀਂ ਲੱਗੂਗਾ, ਕੋਈ ਆਤਮ ਹੱਤਿਆ ਨਹੀਂ ਕਰੇਗਾ, ਕੋਈ ਨਸ਼ਾ ਨਹੀਂ ਵਿਕੇਗਾ। ਅੱਜ ਪੰਜਾਬ ਦੇ ਮਾਹੌਲ ਦੇਖੋ ਜੀ। ਪੰਜਾਬ ਦਾ ਮਾਹੌਲ ਇਸ ਵੇਲੇ ਮੇਰਾ ਖਿਆਲ ਹੈ ਕਿ ਇੰਡੀਆ ਦੇ ਵਿੱਚ ਨੰਬਰ 1 ਦੇ ਉੱਤੇ ਹੈ, ਜੋ ਕਿ ਸਾਰਿਆਂ ਨਾਲੋਂ ਜ਼ਿਆਦਾ ਕ੍ਰਾਈਮ, ਮਰਡਰ, ਕਤਲ, ਡਾਕੇ ਇਹ ਗੌਰਮੈਂਟ ਦੇ ਰਾਜ ਦੇ ਵਿੱਚ ਹੋ ਰਿਹਾ। ਲਾਅ ਐਂਡ ਆਰਡਰ ਦੀ ਕੋਈ ਪੋਜੀਸ਼ਨ ਹੀ ਨਹੀਂ ਹੈਗੀ ਇਸ ਵੇਲੇ। ਕੋਈ ਸਮਝ ਨਹੀਂ ਆ ਰਹੀ ਬੰਦਾ ਜਾਵੇ ਕਿੱਥੇ ਨੂੰ। ਇਸ ਤਰ੍ਹਾਂ ਲੁੱਟਮਾਰ ਹੋ ਰਹੀ ਹੈ। ਜੋ ਪ੍ਰੀਪੇਡ ਮੀਟਰ ਅੱਜ ਸਰਕਾਰੀ ਦਫ਼ਤਰਾਂ 'ਚ ਲਗਾਉਣਗੇ, ਕੱਲ੍ਹ ਨੂੰ ਇਹ ਲੋਕਾਂ ਦੇ ਘਰਾਂ ਵੱਲ ਨੂੰ ਵੀ ਆਉਣਗੇ। ਲੋਕ ਵਿਚਾਰੇ ਪਹਿਲੇ ਹੀ ਪਰੇਸ਼ਾਨ ਨੇ ਆਲਰੇਡੀ। ਇਹ ਮੁਫਤ ਬਿਜਲੀ ਦੇਣ ਦੀ ਬਜਾਏ ਥੋੜ੍ਹਾ ਰੇਟ ਡਾਊਨ ਕਰ ਦਿੰਦੇ। ਪਰ ਜੋ ਮੁਫਤ ਬਿਜਲੀ ਹੈ, ਪਿਛਲੇ ਹਫ਼ਤੇ ਦੀ ਰਿਪੋਰਟ ਹੈ ਕਿ 19,000 ਕਰੋੜ ਰੁਪਇਆ PSPCL ਦਾ ਬੈਲੈਂਸ ਖੜਾ, ਬਟ ਇਸ ਹਫ਼ਤੇ ਦੇ ਵਿੱਚ 26,000 ਕਰੋੜ ਰੁਪਇਆ ਹੋ ਜਾਣਾ ਆ। ਦੱਸੋ ਲੋਕ ਕਿੱਧਰ ਨੂੰ ਜਾਣਗੇ? ਬਹੁਤ ਜਨਤਾ ਦੇ ਉੱਤੇ ਹੀ ਪੈ ਰਹੇ ਆ। ਇਹਨਾਂ ਦਾ ਕੀ ਹੈ? ਇਹ ਤਾਂ 5 ਸਾਲਾਂ ਬਾਅਦ ਹਾਰ ਕੇ ਜਾਂ ਬਾਹਰ ਹੋ ਜਾਣਗੇ ਆਪਣੇ ਆਪਣੇ ਘਰ ਭਰ ਕੇ। ਮੰਨਣਾ ਤਾਂ ਇਸ ਪੰਜਾਬ ਦੀ ਜਨਤਾ ਨੇ ਆ ਨਾ ਜੀ। ਅੱਜ ਦੇਖੋ 2 ਕਰੋੜ 75 ਲੱਖ ਪੰਜਾਬ ਦੀ ਜਨਤਾ ਆ, 3.5 ਲੱਖ ਕਰੋੜ ਰੁਪਇਆ ਖਰਚਾ। ਇਟ ਮੀਨਸ ਕੀ ਹੈ ਕਿ ਬੱਚੇ ਤੋਂ ਲੈ ਕੇ ਚਾਹੇ ਮੈਂ ਚਾਹੇ ਤੁਸੀਂ ਆ, ਪੰਜਾਬ ਦਾ ਹਰ ਵਿਅਕਤੀ ਇਸ ਵੇਲੇ ਲੱਖਾਂ ਰੁਪਏ ਦੇ ਹਿਸਾਬ ਨਾਲ ਇਸ ਗੌਰਮੈਂਟ ਦੇ ਰਾਜ ਦੇ ਵਿੱਚ ਕਰਜ਼ਾਈ ਹੋਇਆ ਬੈਠਾ ਜੀ। ਜਿੰਨਾ ਪੈਸਾ ਸੈਂਟਰ ਗੌਰਮੈਂਟ ਵੱਲੋਂ ਆਉਂਦਾ ਉਹ ਸਭ ਇਹ ਆਪਣੀ ਐਡਾਂ ਉੱਤੇ ਲਗਾ ਰਹੇ ਨੇ। ਆ ਗੁਜਰਾਤ ਜਾ ਕੇ ਦੇਖੋ ਕਿੰਨੀਆਂ ਐਡਾਂ ਲਗਾਈਆਂ, ਕਿੰਨੀਆਂ ਗੱਪਾਂ ਮਾਰਦੇ ਸੀ CM ਸਾਡਾ ਫਲਾਨਾ ਸਾਡਾ, ਹੋਇਆ ਕੁਛ ਵੀ ਨਹੀਂ ਇਹਨਾਂ ਕੋਲ। ਝੂਠੇ ਵਾਅਦੇ ਆ, ਝੂਠੇ ਲੋਕਾਂ ਨੂੰ ਇਹ ਭਰਮਾ ਰਹੇ ਨੇ। ਪਰ ਲੋਕ ਹੁਣ ਇਹਨਾਂ ਦੀਆਂ ਗੱਲਾਂ ਵਿੱਚ, ਇਹਨਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ। ਜੇ ਹੁਣ 5 ਸ਼ਹਿਰਾਂ ਦੇ ਵਿੱਚ ਆਪਣੇ ਪੰਜਾਬ ਦੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋ ਜਾਣੇ ਆ, ਜਾਂ ਜਲੰਧਰ ਦੀ ਜਿਮਨੀ 'ਚ ਚੋਣ ਸੀਟ ਹੋਏਗੀ ਇਲੈਕਸ਼ਨ, ਇਹਨਾਂ ਨੂੰ ਪਤਾ ਲੱਗ ਜਾਏਗਾ ਵੀ ਅਸੀਂ ਕਿੰਨੇ ਕੁ ਪਾਣੀ 'ਚ, ਕਿੰਨੇ ਕੁ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸੀ, ਕਿੰਨੇ ਕੁ ਲੋਕ ਸਾਡੇ ਨਾਲ ਜੁੜੇ ਆ, ਕਿੰਨੇ ਕੁ ਟੁੱਟੇ ਆ। ਕਿਤੇ ਨਾ ਕਿਤੇ ਕਹਿ ਸਕਦੇ ਹਾਂ ਜਿਸ ਤਰ੍ਹਾਂ ਜਿਹੜੇ ਕਿ ਪ੍ਰੀਪੇਡ ਮੀਟਰ ਨਹੀਂ ਲੱਗਣੇ ਚਾਹੀਦੇ, ਔਰ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਨਾ ਕਿਤੇ ਆਮ ਲੋਕਾਂ ਦੇ ਵੀ ਇਹ ਬਹੁਤ ਇਹ ਸਰ ਲਗਾਉਣੀ ਹੈ ਤਾਂ ਗੌਰਮੈਂਟ ਦੀ ਇੱਕ ਚਾਲ ਹੈ। ਇਹ ਪਹਿਲਾਂ ਸਰਕਾਰੀ ਮੀਟਰਾਂ ਦਫ਼ਤਰਾਂ ਵਿੱਚ ਮੀਟਰ ਲਗਾਉਣ ਲੱਗੇ ਨੇ, ਉਸ ਤੋਂ ਬਾਅਦ ਆਸਤਾ ਆਸਤਾ ਇਹਨਾਂ ਦੇ ਘਰਾਂ ਵੱਲ ਨੂੰ ਹੋ ਜਾਣਾ। ਕਿਸੇ ਗਰੀਬ ਦੀ ਜੇਬ 'ਚ ਪੈਸੇ ਹੈ, ਕਿਸੇ ਦੀ ਜੇਬ ਦੇ ਵਿੱਚ ਨਹੀਂ ਹੈ, ਕਿਉਂਕਿ ਇਹਨਾਂ ਕੋਲ ਵਾਅਦਾ ਪੂਰਾ ਨਹੀਂ ਹੋ ਰਿਹਾ। ਪਿਛਲੇ ਹਫ਼ਤੇ ਇਹਨਾਂ ਦੇ ਇਹੀ ਇੰਜੀਨੀਅਰਾਂ ਨੇ TV ਦੇ ਵਿੱਚ ਖੁੱਲ੍ਹਿਆ ਦੱਸਿਆ ਕਿ ਅਸੀਂ ਇਹਨਾਂ ਨੂੰ ਕਹਿੰਦੇ ਸੀਗੇ ਕਿ ਤੁਸੀਂ ਲੋਕਾਂ ਨੂੰ ਫ੍ਰੀ ਬਿਜਲੀ ਦੇਣ ਦਾ ਵਾਅਦਾ ਕੀਤਾ ਹੋਇਆ, ਪਰ ਜਿਹੜੇ ਉਹ ਕੰਪਨੀਆਂ ਨੇ ਜਿੱਥੋਂ ਇਹ ਬਿਜਲੀ ਖਰੀਦ ਰਹੇ ਨੇ, ਉਹ ਬਿਜਲੀ ਤਾਂ ਫ੍ਰੀ ਨਹੀਂ ਇਹਨਾਂ ਨੂੰ ਦੇ ਰਹੇ। 26,000 ਕਰੋੜ ਰੁਪਇਆ ਹੋ ਚੁੱਕਾ ਹੈ ਬਿਜਲੀ ਦਾ ਇਹਨਾਂ ਵੱਲ। ਇਹਦਾ ਹਿਸਾਬ ਨਾਲ ਕੀ ਹੈ ਕਿ ਉਹ ਇੰਜੀਨੀਅਰ ਦੱਸਦੇ ਸੀ ਕਿ ਜਿਹੜੀਆਂ ਆਉਣ ਵਾਲੀਆਂ ਗਰਮੀਆਂ ਨੇ 2023 ਦੀਆਂ, ਉਹਦੇ ਵਿੱਚ ਲੋਕਾਂ ਨੂੰ ਬਿਜਲੀ ਨਹੀਂ ਮਿਲੇਗੀ। ਕੰਪਨੀ ਤਾਂ ਆਪਣਾ ਪੈਸਾ ਲੈਣਾ ਹੀ ਲੈਣਾ ਆ। ਜਿੱਦਾਂ ਸਰਕਾਰ ਘਾਟੇ ਤੇ ਜਾ ਰਹੀ ਹੈ ਬਿਜਲੀ ਦੇ, ਉਹ ਤਾਂ ਸਰ ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਸਰਕਾਰ ਘਾਟੇ 'ਚ ਜਾ ਰਹੀ ਹੈ। ਲੋਕ ਕਰਜ਼ਾਈ ਹੋਏ ਬੈਠੇ ਨੇ, ਕੋਈ ਕਾਰੋਬਾਰ ਨਹੀਂ ਹੈ। ਇੱਥੇ ਦੇ ਹਾਲਾਤ ਦੇਖੋ ਕੀ ਹੈ। ਬਾਹਰ ਦੇ ਲੋਕ ਆਉਣ ਤੋਂ ਡਰਦੇ ਆ। ਇਹ ਕਹਿੰਦੇ ਜੀ ਅਸੀਂ ਫਲਾਨੀ ਇੰਡਸਟਰੀ ਲਗਾਉਣੀ ਹੈ, ਢਿਮਕਾਨੀ ਲਗਾਉਣੀ। ਉਹ ਪਹਿਲੀ ਇੰਡਸਟਰੀਅਲ ਇੱਥੋਂ ਦੁਖੀ ਹੋ ਕੇ ਬਾਹਰ ਜਾ ਰਹੇ ਵਿਚਾਰੇ। ਜਿਹੜੇ ਇਲੈਕਸ਼ਨਾਂ ਦੇ ਪਹਿਲਾਂ ਜਿਹੜੇ ਵਾਅਦੇ ਕਰਦੇ ਨੇ, ਵਾਅਦੇ ਨਹੀਂ ਕਰਨੇ ਚਾਹੀਦੇ। ਬਿਲਕੁਲ ਨਹੀਂ ਕਰਨੇ ਚਾਹੀਦੇ, ਚਾਹੇ ਕੋਈ ਵੀ ਪਾਰਟੀ ਹੋਵੇ ਸੀ। ਇਹ ਲੋਕਾਂ ਨੂੰ ਭਰਮਾਉਣ ਵਾਲੀਆਂ ਗੱਲਾਂ ਨੇ ਜਿਹੜੀਆਂ ਝੂਠੇ ਵਾਅਦੇ ਕਰਦੇ ਨੇ। ਕੇਜਰੀਵਾਲ ਨੇ ਤਾਂ ਦੇਖੋ ਨਾ ਦਿੱਲੀ ਦੇ ਵਿੱਚ ਹਾਲਾਤ ਕੀ ਕਰ ਦਿੱਤੇ। ਕੇਜਰੀਵਾਲ ਸਾਹਿਬ ਨੂੰ ਜਾਂ ਭਗਵੰਤ ਮਾਨ ਨੂੰ ਪੁੱਛਣਾ ਚਾਹੀਦਾ ਹੈ ਵੀ ਤੁਸੀਂ ਇਹ ਜ਼ਿੰਦਗੀ ਦੇ ਵਿੱਚ ਹੁਣ ਪਹਿਲੀ ਵਾਰ 36 ਜਾਂ 48 ਟੀਚਰ ਨਾਲ ਭੇਜੇ ਆ ਸਿੰਗਾਪੁਰ। ਕੀ ਗੱਲ ਅਸੀਂ ਪੜ੍ਹੇ ਆ, ਇਹ ਆਪ ਪੜ੍ਹੇ ਆ, ਉਸ ਲਈ ਸਿੰਗਾਪੁਰ ਤੋਂ ਟ੍ਰੇਨਿੰਗ ਕਰਕੇ ਆਉਂਦੇ ਟੀਚਰ।
ਜਿਨ੍ਹਾਂ ਦੇ ਮਾਂ-ਬਾਪ ਨੇ, ਪੇਰੈਂਟਸ ਨੇ ਬੱਚਿਆਂ ਦੇ ਉੱਤੇ ਲੱਖਾਂ ਰੁਪਏ ਲਗਾ ਕੇ ਉਹਨਾਂ ਨੂੰ ਸਟੱਡੀ ਕਰਾਈ ਹੈ, ਟੀਚਰ ਬਣਵਾਇਆ, ਤੇ ਕਿਆ ਗੱਲ ਉਹ ਦਾੜੀ ਹੈ? ਉਹ ਸਿੰਗਾਪੁਰ ਜਾ ਕੇ ਜ਼ਿਆਦਾ ਟ੍ਰੇਨਿੰਗ ਦੇ ਕੇ ਆ ਕੇ ਪੰਜਾਬ ਨੂੰ ਪੂਰੇ ਦੇ ਦੇਣਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ। ਤਾਂ ਅਸੀਂ ਅੱਜ ਜਿਹੜਾ ਹਲਕਾ ਗਿੱਦੜਬਾਹਾ ਦੇ ਪਿੰਡ ਮੱਲਣ ਹੈ ਉਹਦੇ ਵਿੱਚ ਮੌਜੂਦ ਹੈ। ਗੱਲ ਕਰਾਂਗੇ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਜੋ ਕੇਂਦਰ ਦੀ ਜੋ ਸਕੀਮ ਹੈ ਸਮਾਰਟ ਮੀਟਰਾਂ ਦੀ। ਤਾਂ ਸਮਾਰਟ ਮੀਟਰ ਨੂੰ ਲੈ ਕੇ ਜਿਹੜਾ ਹੈ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਵੱਲੋਂ ਜਿਹੜਾ ਅੱਜ ਰੋਸ ਪ੍ਰਗਟ ਕੀਤਾ ਗਿਆ। ਅਸੀਂ ਜਿਹੜਾ ਪਿੰਡ ਮੱਲਣ ਦੇ ਜਿਹੜਾ ਹੈਗਾ ਅੱਜ ਵਾਟਰ ਵਰਕਸ ਤੇ ਜਿੱਥੇ ਇਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਮੀਟਰ ਲਾਉਣ ਵਾਲੇ ਅਧਿਕਾਰੀ ਜਿਹੜੇ ਸੀ ਉਹ ਵਾਪਸ ਵੀ ਮੁੜੇ। ਸਾਡੇ ਨਾਲ ਜਿਹੜੇ ਹੈਗੇ ਕਿਸਾਨ ਆਗੂ ਨੇ, ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਮੇਰਾ ਨਾਮ ਗੁਰਭਗਤ ਸਿੰਘ ਭਲਾਈਆਣਾ, ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਦਾ ਜ਼ਿਲ੍ਹਾ ਜਨਰਲ ਸਕੱਤਰ। ਅੱਜ ਅਸੀਂ ਜੋ ਪਿੰਡ ਮੱਲਣ ਦੇ ਵਿੱਚ ਵਾਟਰ ਵਰਕਸ 'ਚ ਇਸ ਵੇਲੇ ਖੜੇ ਆ ਕਿ 2 ਫਰਵਰੀ ਨੂੰ ਇੱਥੇ ਜਿਹੜਾ ਸਬ ਡਿਵੀਜ਼ਨ ਦੋਦਾ ਪੈਂਦੀ ਹੈ, ਉੱਥੋਂ ਬਿਜਲੀ ਮੁਲਾਜ਼ਮ ਆਏ ਤੇ ਮੀਟਰ ਲਾ ਕੇ ਇਹ ਤੇ ਚਿੱਪ ਵਾਲਾ ਮੀਟਰ ਲਾਉਣ ਲੱਗੇ ਸੀ। ਉਹਦੀ ਜਦੋਂ ਭਿਣਕ ਸਾਡੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਨੂੰ ਪਈ ਤੇ ਇੱਥੇ ਵੱਡੀ ਪੱਧਰ ਤੇ ਲੋਕ ਉਸ ਦਿਨ ਇਕੱਠੇ ਹੋਏ ਤੇ ਉਹਦਾ ਅਸੀਂ ਵਿਰੋਧ ਕੀਤਾ, ਕਿਉਂਕਿ ਸਾਡੀ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਵੀ ਕਿ ਅਸੀਂ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਣੇ। ਉਹਦਾ ਕਾਰਨ ਇਹ ਹੈਗਾ ਵੀ ਜਿਹੜਾ ਪਿੱਛੇ 1990-91 ਦੀਆਂ ਨੀਤੀਆਂ, ਜਿਹਨੂੰ WTO ਦੇ ਨਾਲ ਜਾਣਿਆ ਜਾਂਦਾ, ਵਿਸ਼ਵ ਵਪਾਰ ਸੰਸਥਾ, ਸੰਸਾਰ ਬੈਂਕ, ਮੁਦਰਾ ਕੋਸ਼ ਫੰਡ ਦੀ ਜਿਹੜੀਆਂ ਹਦਾਇਤਾਂ ਸ਼ਰਤਾਂ ਮੁਤਾਬਕ। ਸੋ ਅਸੀਂ ਇੱਥੇ ਕਹਿਣਾ ਚਾਹੁੰਦੇ ਹਾਂ ਵੀ ਭਾਰਤ ਆਜ਼ਾਦ ਕਹਿੰਦੇ ਆ ਇਹ। ਸੋ 1947 ਤੋਂ ਬਾਅਦ ਅੱਜ ਤੱਕ ਅਸੀਂ ਗੁਲਾਮ ਹੈ ਤੇ ਹੁਣ ਜਿਹੜੀਆਂ ਭਗਤ ਸਿੰਘ ਨੇ ਵੀ ਕਿਹਾ ਸੀ ਵੀ 100 ਸਾਲ ਦੇ ਅੰਦਰ ਅੰਦਰ ਇੱਥੇ ਫੇਰ ਅੰਗਰੇਜ਼ ਆਉਣਗੇ, ਉਹ ਜਿਹੜੀਆਂ 1990-91 ਦੀਆਂ ਨੀਤੀਆਂ ਤਹਿਤ ਇਹ ਭਗਵੰਤ ਮਾਨ ਨੇ ਬਦਲਾਅ ਦੀ ਸਰਕਾਰ ਇੱਥੇ 75 ਸਾਲ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਆਈਆਂ ਉਹ ਸਾਰੀਆਂ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਦੀਆਂ ਰਹੀਆਂ। ਜੇ ਭਗਵੰਤ ਮਾਨ ਸਾਡੇ ਲੋਕਾਂ ਨੇ ਦਿੱਲੀ ਅੰਦੋਲਨ ਤੋਂ ਬਾਅਦ ਇੱਕ ਅਵੇਅਰ ਹੋ ਕੇ ਬਦਲਾਅ ਦੀ ਗੱਲ ਕੀਤੀ ਹੈ, ਸੋ ਭਗਵੰਤ ਮਾਨ ਨੇ ਵੀ ਭਗਤ ਸਿੰਘ ਦੇ ਨਾਅਰੇ ਲਾਏ ਵੀ ਇਨਕਲਾਬ, ਅਸੀਂ ਲੋਕਾਂ ਵਾਸਤੇ ਇਨਕਲਾਬ ਲੈ ਕੇ ਆਵਾਂਗੇ ਤੇ ਮੁਫਤ ਜਿਹੜੀ ਆ ਬਿਜਲੀ ਦੀ ਸਹੂਲਤ ਦੇਵਾਂਗੇ। 300 ਯੂਨਿਟ ਹਰ ਮਹੀਨੇ, 600 ਯੂਨਿਟ 2 ਮਹੀਨਿਆਂ ਦੀ। ਉਹ ਤੇ ਕਈ ਤਰ੍ਹਾਂ ਦੇ ਬਾਅਦ ਵਿੱਚ ਸ਼ਰਤਾਂ ਵੀ ਲੱਗੀਆਂ। ਚੋਣਾਂ ਤੋਂ ਪਹਿਲਾਂ ਗੱਲ ਹੋਰ ਸੀ, ਉਸ ਤੋਂ ਬਾਅਦ ਸ਼ਰਤਾਂ ਲਾਉਣ ਲੱਗੇ ਵੀ ਜੇ 600 ਯੂਨਿਟ ਤੋਂ ਇੱਕ ਵੀ ਯੂਨਿਟ ਉੱਤੇ ਟੱਪ ਗਈ ਜਾਂ 2 ਟੱਪ ਗਈ, ਉਹ ਪੂਰਾ ਬਿੱਲ ਉਹ ਤੋਂ ਵਸੂਲਾਂਗੇ। ਤੇ ਲੋਕਾਂ ਨੇ ਇਸ ਦਾ ਵੀ ਵਿਰੋਧ ਕੀਤਾ ਤੇ ਜਿਹੜਾ ਹੁਣ ਸ਼ਰਤਾਂ ਲਾ ਕੇ ਮੋਦੀ ਸਰਕਾਰ ਨੇ ਵੀ ਜਿਹੜੇ ਮੰਡੀ ਦੇ ਵਿੱਚ ਲਿਮਟ ਦੇਣੀ ਸੀਗੀ ਫਸਲਾਂ ਖਰੀਦਣ ਵਾਸਤੇ, ਉਦੋਂ ਸ਼ਰਤ ਲਾਈ ਗਈ ਵੀ ਪਹਿਲਾਂ ਅਸੀਂ ਜਿਹੜੇ ਸਮਾਰਟ ਮੀਟਰ ਹੈ ਚਿੱਪ ਵਾਲੇ ਉਹ ਤੁਹਾਡੇ ਪੰਜਾਬ ਦੇ ਵਿੱਚ ਤੁਸੀਂ ਲਵਾਓ। ਯਾਨੀ ਉਸ ਜੇ ਆਪਾਂ ਜੇ ਗੱਲ ਕਰਾਂਗੇ ਜਿਹੜੇ ਪੰਜਾਬ ਸਰਕਾਰ ਨੇ ਜਿਹੜਾ ਮੁਫਤ ਬਿਜਲੀ ਦੇਣ ਦਾ ਵਾਅਦਾ ਜਿਹੜਾ ਸੀ ਉਹ ਪੂਰਾ ਕੀਤਾ ਹੈ। ਉਹ ਕਹਿੰਦੇ ਵੀ 600 ਯੂਨਿਟ ਤੋਂ ਜਿਹੜੀ ਹੈਗੀ ਅਸੀਂ ਜੇਕਰ ਕੋਈ ਜਰਨਲ ਹੈ ਤਾਂ 600 ਯੂਨਿਟ ਤੋਂ ਵੱਧ ਜਿਹੜੇ ਪੈਸੇ ਲੱਗਣੇ। ਜੇ ਕੋਈ ਐਸਸੀ ਨੂੰ ਮੀਟਰ ਲੱਗਿਆ ਹੋਇਆ ਤਾਂ ਉਹਨੂੰ ਜਿਹੜਾ ਉਹਨੇ ਹੀ ਪੈਸੇ ਦੇਣੇ ਪੈਣਗੇ ਜਿੰਨੇ ਕਿ 600 ਯੂਨਿਟ ਤੋਂ ਬਾਅਦ ਵਾਲੇ ਆ। ਤਾਂ ਇਹਦੇ ਵਿੱਚ ਜਿਹੜਾ ਸਮਾਰਟ ਪਾਰਦਰਸ਼ਤਾ ਲਿਆਉਣ ਦੀ ਗੱਲ ਕੀਤੀ ਜਾਂਦੀ ਸਰਕਾਰ ਵੱਲੋਂ, ਇਹਦੇ 'ਚ ਜਿਹੜਾ ਹੈਗਾ ਆਪਾਂ ਨੂੰ ਕੀ ਲੱਗਦਾ ਵੀ ਜਿਹੜਾ ਹੈਗਾ ਇਹ ਸਕੀਮ ਦੀ ਆਪਾਂ ਨੂੰ ਆਪਣੇ ਵਾਸਤੇ ਸਹੀ ਨਹੀਂ ਹੈਗੀ? ਇਹ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਬਿਜਲੀ ਐਕਟ 2003 ਬਣਿਆ ਉਹ ਮੁਫਤ ਬਿਜਲੀ ਦੀ ਸਹੂਲਤ ਦੇਣ ਦਾ ਆਗਿਆ ਹੀ ਨਹੀਂ ਦਿੰਦਾ। ਤੇ ਜੇ ਭਗਵੰਤ ਮਾਨ ਨੂੰ ਮੁਫਤ ਦੇਣੀ ਹੈ ਬਿਜਲੀ ਦਾ, ਪਹਿਲੀ ਗੱਲ ਤਾਂ ਨੋਟੀਫਿਕੇਸ਼ਨ ਹੀ ਜਾਰੀ ਕੀਤਾ ਗਿਆ ਤੇ ਫਿਰ ਉਹ ਜਿਹੜਾ ਐਕਟ 2003 ਉਹਨੂੰ ਰੱਦ ਕਰੇ, ਫਿਰ ਜਾ ਕੇ ਇਹ ਮੁਫਤ ਦਿੱਤੀ ਜਾ ਸਕਦੀ ਹੈ। ਇਹ ਕੁਛ ਚਿਰ ਵਾਸਤੇ ਲਵਾਉਣੀਆਂ ਹੈ ਵੋਟਾਂ ਖਰੀਦਣ ਵਾਸਤੇ। ਇਸ ਕਰਕੇ ਅਸੀਂ ਅੱਜ ਇਹ ਸਮਝਦੇ ਹਾਂ ਵੀ ਸਾਡੇ ਨਾਲ ਇਹ ਫਰਾਡ ਕੀਤਾ ਜਾ ਰਿਹਾ। ਜਿਹੜਾ ਇਹ ਸ਼ੁਰੂਆਤ ਵਾਟਰ ਵਰਕਸਾਂ ਚੋਂ ਕੀਤੀ ਹੈ ਜਾਂ ਆਪਦੇ ਮੁਲਾਜ਼ਮਾਂ ਤੇ ਵੀ ਇਹਨਾਂ ਨੇ ਉਸ ਤਰ੍ਹਾਂ ਦੀ ਆਰਾ ਧਰਿਆ ਵੀ ਤੁਸੀਂ ਪਹਿਲਾਂ ਲਵਾਓ ਫਿਰ ਲੋਕ ਲਵਾਉਣਗੇ। ਅਖੀਰ ਇਹ ਕਾਰਪੋਰੇਟ ਘਰਾਣਿਆਂ ਨੂੰ ਜਿਹੜੀ ਬਿਜਲੀ ਬੋਰਡ ਹੈ, ਇਹ ਸਾਰਾ ਸਿਸਟਮ ਹੈ, ਉਹਨਾਂ ਨੂੰ ਸੌਂਪਿਆ ਜਾਣਾ। ਇਸ ਕਰਕੇ ਵੱਡੀ ਪੱਧਰ ਤੋਂ ਸਾਡੀ ਲੁੱਟ ਕਰਾਈ ਜਾਣੀ। ਜਿਵੇਂ ਸੜਕਾਂ 'ਤੇ ਬੈਠ ਕੇ ਆ ਕੇ ਟੋਲ ਟੈਕਸ, ਪਹਿਲਾਂ ਵੀ ਅਸੀਂ ਲੰਬੇ ਸਮੇਂ ਜਦੋਂ ਕੋਈ ਵੀ ਵਹੀਕਲ ਲੈਂਦੇ ਹਾਂ ਟੋਲ ਟੈਕਸ ਭਰਦੇ ਹਾਂ ਤੇ ਦੂਰਾ ਤੀਰਾ ਕਿਉਂ? ਇਹ ਉਹੋ ਜਿਹੀ ਗੱਲ ਹੈ। ਇਸ ਕਰਕੇ ਸਾਰਾ ਖਜ਼ਾਨਾ ਜਿਹੜਾ ਸਾਰਾ ਮੁਲਕ ਹੀ ਲਟਾਇਆ ਜਾ ਰਿਹਾ ਕਾਰਪੋਰੇਟ ਘਰਾਣਿਆਂ ਨੂੰ। ਇਸ ਗਲਤ ਸਮਝਦੇ ਆ, ਇਹਦਾ ਅਸੀਂ ਲਗਾਤਾਰ ਵਿਰੋਧ ਕਰਾਂਗੇ ਤੇ ਲੋਕਾਂ ਨੂੰ ਵੀ ਸੱਦਾ ਦਿੰਦੇ ਹਾਂ ਵੀ ਜਿੱਥੇ ਕਿਤੇ ਚਿੱਪ ਵਾਲੇ ਮੀਟਰ ਲਾਉਣ ਦੀ ਕੋਸ਼ਿਸ਼ ਕਰਨਗੇ, ਅਸੀਂ ਜਥੇਬੰਦੀ ਤੁਹਾਡੇ ਨਾਲ ਖੜੀ ਹੈ। ਇਹਦਾ ਅਸੀਂ ਅਖੀਰ ਤੱਕ ਵਿਰੋਧ ਕਰਾਂਗੇ ਵੀ ਇਹ ਲੱਗਣ ਨਹੀਂ ਦਿਆਂਗੇ, ਕਿਉਂਕਿ ਇਹ ਰੁਜ਼ਗਾਰ ਮਾਰਦੇ ਆ। ਪਹਿਲੇ ਰੁਜ਼ਗਾਰ ਸਾਡੇ ਬੱਚਿਆਂ ਨੂੰ ਬਾਹਰ ਵਿਦੇਸ਼ਾਂ ਨੂੰ ਭੇਜੇ ਜਾ ਰਹੇ ਆ, ਕਿਉਂਕਿ ਇੱਥੇ ਰੁਜ਼ਗਾਰ ਹੀ ਨੌਕਰੀਆਂ ਇਹ ਕਹਿਣ ਦੀਆਂ ਗੱਲਾਂ ਹੈ ਵੀ ਅਸੀਂ 26,000 ਨੌਕਰੀਆਂ ਦੇ ਦਿੱਤੀਆਂ, ਅਸੀਂ 25,000 ਦੇ ਦਿੱਤੀਆਂ, ਉਹ ਸਿਰਫ ਕੰਪਨੀਆਂ ਦੇ ਥੱਲੇ ਦੇ ਰਹੇ ਆ। ਇਸ ਕਰਕੇ ਅਸੀਂ ਜੀ ਗੱਲਬਾਤ ਕੀਤੀ ਆ। ਜਿਹੜਾ ਇਹਨਾਂ ਨੇ ਕਿਹਾ ਹੈਗਾ ਆ ਜਿਹੜਾ ਮੱਲਣ ਪਿੰਡ ਦੇ ਵਿੱਚ ਵਾਟਰ ਵਰਕਸ ਤੋਂ ਮੀਟਰ ਲਾਉਣ ਤੋਂ ਜਿਹੜਾ ਇਹ ਸਰਕਾਰੀ ਅਫਸਰਾਂ ਨੂੰ ਜਿਹੜਾ ਰੋਕਿਆ ਗਿਆ, ਪਰ ਇਸ ਚਿੱਪ ਵਾਲੇ ਮੀਟਰਾਂ ਨਾਲ ਮੁੱਦੇ ਕਈ ਜੁੜੇ ਨੇ, ਚਾਹੇ ਰੁਜ਼ਗਾਰ ਦਾ ਮੁੱਦਾ ਲੈ ਲਈਏ ਜਾਂ ਸਰਕਾਰ ਦੀ ਜਿਹੜੀ ਹੈ ਉਹ
ਮੁਫਤ ਬਿਜਲੀ ਸਕੀਮ ਹੈ ਉਹ ਵੀ ਪ੍ਰਭਾਵਿਤ ਹੋਊਗੀ। ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਜਿਹੜਾ ਇਹਨਾਂ ਨੇ ਕਹਿਣਾ ਜਿਹੜਾ ਕਿ ਪੰਜਾਬ ਸਰਕਾਰ ਜਿਹੜੀ ਲਾਗੂ ਕਰ ਰਹੀ। ਹੋਰ ਵੀ ਵੀਰ ਜੀ ਸਾਡੇ ਨਾਲ ਨੇ। ਵੀਰ ਜੀ ਕੀ ਨਾਮ ਹੈ? ਮੈਂ ਹਰਬੰਸ ਸਿੰਘ ਕੋਟਲੀ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦਾ ਹਾਸੀ ਮੁਕਤਸਰ ਸਾਹਿਬ। ਆਪਾਂ ਨੂੰ ਦਿੱਕਤ ਕੀ ਹੈ? ਸਰਕਾਰ ਕਹਿੰਦੀ ਵੀ ਅਸੀਂ ਜਿਹੜੀ ਆ ਪਹਿਲਾਂ ਆਪਣੇ ਦਫ਼ਤਰਾਂ ਦੇ ਵਿੱਚ ਜਿਹੜੀ ਹੈ ਇਸ ਨੂੰ ਇੰਪਲੀਮੈਂਟ ਕਰਾਂਗੇ, ਜਨਤਾ ਦੇ ਬਾਅਦ ਵਿੱਚ। ਇਹ ਤਾਂ ਇੱਕ ਰਾਹ ਪੱਧਰ ਕਰਨ ਵਾਲੀ ਗੱਲ ਹੈ ਜੀ, ਵੀ ਸਰਕਾਰੀ ਮੁਲਾਜ਼ਮ ਉਹਨਾਂ ਨੂੰ ਲਾਉਣੇ ਪੈਣਗੇ। ਸਰਕਾਰੀ ਥਾਂ ਉੱਥੇ ਕਿਸੇ ਨੇ ਵਿਰੋਧ ਨਹੀਂ ਕਰਨਾ, ਜਿਵੇਂ ਇੱਥੇ ਵਾਟਰ ਵਰਕਸ ਤੇ ਹੋਇਆ। ਇਹ ਤਾਂ ਇਸ ਪਾਸੇ ਲੈ ਕੇ ਤੁਰੇ ਆ ਵੀ ਪਹਿਲਾਂ ਇਸ ਪਾਸੇ ਤੋਂ ਜਿਵੇਂ ਪੰਚਾਇਤੀ ਜ਼ਮੀਨਾਂ ਤੋਂ ਲੈ ਕੇ ਦੂਜੀਆਂ ਜ਼ਮੀਨਾਂ ਫਿਰ ਮਾਲਕੀ ਵਾਲੇ ਹੱਕਾਂ ਨੂੰ ਪੈਣਾ। ਉਸੇ ਤਰ੍ਹਾਂ ਹੀ ਹੈ ਇਹ, ਉਹ ਜਿਵੇਂ ਆਪਾਂ ਦਿੱਲੀ ਦੇ ਵਿੱਚ ਲੜ ਕੇ ਆਏ ਆ ਕਾਲੇ ਕਾਨੂੰਨ, ਉਹਦਾ ਇੱਕ ਹਿੱਸਾ ਹੈ ਇਹ। ਕਿਉਂ ਸੰਸਾਰ ਬੈਂਕ ਦੀਆਂ ਹਦਾਇਤਾਂ ਦੇ ਮੁਤਾਬਕ ਇਹ ਸਾਰੇ ਸਾਡੇ ਦੇਸ਼ ਦੇ ਹਾਕਮਾਂ ਉਹ ਚੱਲ ਰਹੇ ਆ। ਸਾਡੇ ਦੋਸ਼ ਦੇ ਕੈਤੀ ਲੋਕਾਂ ਤੋਂ ਸਾਰਾ ਕੁਝ ਖੋਹਣਾ ਚਾਹੁੰਦੇ ਨੇ। ਇਸ ਲਈ ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਨੂੰ ਹੋਰ ਪ੍ਰਚੰਡ ਕਰਾਂਗੇ। ਸਰਕਾਰ ਤੋਂ ਮੰਗ ਕੀ ਕਰਦੇ ਆਪਾਂ? ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਰਕਾਰ ਉਹ ਸੰਸਾਰ ਬੈਂਕ ਦੀਆਂ ਹਦਾਇਤਾਂ ਚੋਂ, ਵਰਲਡ ਬੈਂਕ ਦੀਆਂ ਉਹਦੇ ਚੋਂ ਬਾਹਰ ਆਵੇ। ਸਾਡੇ ਦੇਸ਼ ਨੂੰ ਜਿਹੜੇ ਸਾਮਰਾਜੀ ਨੀਤੀਆਂ ਦੇ ਤਹਿਤ ਖੋਹਣਾ ਚਾਹੁੰਦੇ ਨੇ ਉਹਦੇ ਤੋਂ ਬਾਜ਼ ਆ ਜੇ, ਨਹੀਂ ਤਾਂ ਅਸੀਂ ਇਹਦਾ ਲੋਕਾਂ ਦੇ ਵਿੱਚ ਸਖਤ ਵਿਰੋਧ ਕਰਾਂਗੇ। ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਹੈਗਾ ਸਿੱਧਾ ਲਾਭ ਦੇਣ ਦੀ ਜਿਹੜੀ ਆ ਗੱਲ ਇਹਨਾਂ ਨੇ ਆਖੀ ਹੈ ਕਿ ਜੇਕਰ ਇਹ ਚਿੱਪ ਵਾਲੇ ਮੀਟਰ ਜਿਹੜੇ ਲਗਾਏ ਜਾਂਦੇ ਨੇ ਤਾਂ ਸਿੱਧਾ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਲਾਭ ਮਿਲੇਗਾ। ਹੋਰ ਵੀ ਵੀਰ ਜੀ ਸਾਡੇ ਨਾਲ ਗੱਲਬਾਤ ਕਰਨਗੇ। ਵੀਰ ਜੀ ਕੀ ਨਾਮ ਹੈ ਤੇ ਕੀ ਮਸਲੇ ਦਾ ਹੱਲ ਕੀ ਹੈਗਾ? ਵਿਰੋਧ ਕਰ ਰਹੇ ਆਪਾਂ। ਮੇਰਾ ਨਾਮ ਬਿੱਟੂ ਮੱਲਣ, ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਸੈਕਟਰੀ, ਜ਼ਿਲ੍ਹਾ ਮੁਕਤਸਰ ਸਾਹਿਬ। ਅੱਜ ਸਾਡੇ ਪਿੰਡ ਜਿਹੜਾ ਕਾਨਫਰੰਸ ਰੱਖੀ ਆ ਚਿੱਪਾਂ ਵਾਲੇ ਮੀਟਰਾਂ ਦਾ ਵਿਰੋਧ। ਇੱਥੇ ਇਦੋਂ ਪਹਿਲਾਂ 4 ਦਿਨ ਵਾਟਰ ਬਾਕਸ 'ਚ ਹੀ ਚਿੱਪ ਵਾਲਾ ਮੀਟਰ ਲੈ ਕੇ ਆਏ ਤੇ ਇਹ ਮੀਟਰ ਲਾ ਕੇ ਤੇ ਉਹ ਮੀਟਰ ਲਾਉਣ ਦੀ ਤਿਆਰੀ 'ਚ ਤੇ ਅਸੀਂ ਪੂਰਾ ਵਿਰੋਧ ਕੀਤਾ ਤਾਂ ਮੁੜ ਕੇ ਇੱਥੋਂ ਬਿਜਲੀ ਵਾਲਿਆਂ ਨੂੰ ਮੋੜਿਆ ਗਿਆ। ਅੱਜ ਅਸੀਂ ਇਹ ਕਹਿ ਰਹੇ ਹਾਂ, ਪੰਜਾਬ ਸਰਕਾਰ ਨੇ ਵੋਟਾਂ ਮੁੱਛਣੀਆਂ ਸੀ, ਲੋਕਾਂ ਤੋਂ ਮੁੱਛ ਲਈਆਂ ਤੇ ਸੱਤਾ 'ਚ ਆ ਗਏ ਆ ਤੇ ਅੱਜ ਲੋਕਾਂ ਨੂੰ ਗਮਰਾਹ ਕਰ ਰਹੇ ਆ। ਸੈਂਟਰ ਸਰਕਾਰ ਦੀਆਂ, ਨਰਿੰਦਰ ਮੋਦੀ ਦੀਆਂ ਸਕੀਮਾਂ ਅੱਜ ਉਹੀ ਭਗਵੰਤ ਮਾਨ ਅੱਜ ਲਾਗੂ ਕਰਨ ਚੱਲਿਆ। ਜਿਹੜਾ ਮੁਫਤ ਬਿਜਲੀ ਦੀਆਂ ਝਾਂਸਾ ਦੇ ਕੇ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ। ਜਦੋਂ ਇਹ ਸਰਕਾਰੀ ਥਾਵਾਂ ਤੇ ਮੀਟਰ ਲੱਗ ਗਏ, ਜਿਹੜੇ ਇਹਨਾਂ ਦੇ ਵੱਡੇ ਮੁਲਾਜ਼ਮਾਂ ਧਨਾਟ ਉਹਨਾਂ ਦੇ ਮੀਟਰ ਲੱਗ ਗਏ, ਉਸ ਤੋਂ ਬਾਅਦ ਲੋਕਾਂ ਨੂੰ ਜੇ ਕਿਸੇ ਦਾ ਮੀਟਰ ਖਰਾਬ ਹੋ ਗਿਆ ਜਾਂ ਕਿਸੇ ਨੇ ਕੰਪਲੇਂਟ ਦਿੱਤੀ, ਉਹ ਮੀਟਰ ਲਾ ਕੇ ਤੇ ਫਿਰ ਸਾਲ 6 ਮਹੀਨਿਆਂ ਦੇ ਵਿੱਚ ਇਹ ਸਿਸਟਮ ਚਾਲੂ ਹੋ ਜਾਊਗਾ। ਲੈ ਵੀ ਭਾਈ ਤੇਰੇ ਘਰੇ ਜਦੋਂ ਲਾਈਟ ਜਾਣੀ ਆ ਤਾਂ ਉਹ ਦੁਕਾਨ ਤੋਂ ਜਾਂ ਸ਼ਹਿਰੋਂ ਪੈਸੇ ਪਵਾ ਕੇ ਲਿਆ, ਜਿਵੇਂ ਆਪਾਂ ਮੋਬਾਈਲ 'ਚ ਪਾਉਂਦੇ ਆ, ਤਾਂ ਲਾਈਟ ਚੱਲ ਪੂਗੀ। ਇਹ ਸਾਰਿਆਂ ਦਾ ਧੰਦਾ ਠੱਪ ਹੋ ਜਾਊਗਾ। ਜਿਹਦੇ ਘਰੇ ਬਲਬ ਚੱਲਦਾ ਉਹਦਾ ਤਾਂ ਹੋਣਾ ਹੀ ਹੋਣਾ, ਦੁਕਾਨਦਾਰ ਦਾ ਵੀ ਧੰਦਾ ਠੱਪੂ। ਹੁਣ ਕਈ ਛੋਟੇ ਕਿਸਾਨ ਆ ਜਾਂ ਮਜ਼ਦੂਰ ਆ, ਉਹ ਪਸ਼ੂ ਰੱਖਦੇ ਆ, ਗਊਆਂ ਰੱਖਦੇ ਆ, ਦੁੱਧ ਬਾਅਦ ਤੇ ਰੁਜ਼ਗਾਰਾਂ ਚਲਾਉਂਦੇ ਆ ਤੇ ਗਰਮੀ ਦੇ ਵਿੱਚ ਅਸੀਂ 3-3 ਵਾਰਾਂ ਗਊਆਂ ਨੂੰ ਨਮਾਉਂਦੇ ਆ ਤੇ ਕੀ ਮੀਟਰ ਦੇ ਵਿੱਚ ਪੈਸੇ ਪਵਾ ਕੇ ਅਗਲਾ ਨਮਾਲੂਗਾ? ਕੀ ਉਹਦਾ ਪੱਠਿਆਂ ਵਾਲੀ ਮੋਟਰ ਲਾ ਲੂਗਾ? ਨਹੀਂ। ਇਹ ਵੱਡੀ ਪੱਧਰ ਤੇ, ਕਿਉਂਕਿ ਇਹ ਖੇਤੀ ਕਾਲੇ ਕਾਨੂੰਨਾਂ ਚੋਂ ਇਹ ਵੀ ਇੱਕ ਅੰਗ ਆ। ਬਿਜਲੀ ਸਾਡਾ ਸਰੀਰ ਦਾ ਇੱਕ ਅੰਗ ਬਣ ਚੁੱਕੀ ਆ। ਇਹ ਪ੍ਰਾਈਵੇਟ ਘਰਾਣਿਆਂ ਨੂੰ ਪੂਰਨ ਤੌਰ ਤੇ ਉਹਨਾਂ ਦਾ ਕਬਜ਼ਾ ਕਰਾ ਰਹੇ ਆ, ਕਿਉਂਕਿ ਪ੍ਰਾਈਵੇਟ ਤਾਂ ਪਹਿਲਾਂ ਹੀ ਹੋ ਗਿਆ। ਕਿਤੇ ਬਿਜਲੀ ਮਹਿਕਮੇ 'ਚ ਕਿਸੇ ਦੀ ਭਰਤੀ ਸੁਣੀ ਆ? ਬੰਦ ਹੋ ਗਿਆ, ਕਿਉਂਕਿ ਹੋਈ ਪ੍ਰਾਈਵੇਟ ਗਿਆ। ਜਦੋਂ ਇਹ ਚਿੱਪਾਂ ਵਾਲੇ ਸਮਾਰਟ ਮੀਟਰ ਲੱਗ ਗਏ, ਜਿਹੜਾ ਬਿੱਲ ਵੰਡਦਾ, ਜਿਹੜਾ ਬਿੱਲ ਭਰਾਉਂਦਾ, ਛੋਟੇ ਮੁਲਾਜ਼ਮਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਊਗਾ ਤੇ ਲੋਕਾਂ ਦਾ ਤਾਂ ਨੁਕਸਾਨ ਹੈਗਾ ਹੀ ਆ। ਨਾ ਕੋਈ ਮਜ਼ਦੂਰ ਤੋਂ ਤੇ ਨਾ ਕਿਸਾਨ ਤੋਂ ਇਹ ਬਿੱਲ ਪੂਰਾ ਆਉਣਾ, ਨਾ ਪੈਸੇ ਭਰਾਏ ਜਾਣੇ ਆ। 300 ਰੁਪਇਆ ਅਸੀਂ ਮੋਬਾਈਲ ਦੇ ਵਿੱਚ ਤਾਂ ਪਵਾ ਨਹੀਂ ਸਕਦੇ, 10,000 ਦਾ ਅਸੀਂ ਮੋਬਾਈਲ ਤਾਂ ਲੈ ਲੈਂਦੇ ਆ। ਉਵੇਂ ਆ ਇਹ, ਜਦੋਂ ਮੀਟਰ ਲੱਗ ਗਏ ਤਾਂ ਉਦੋਂ ਤੁਸੀਂ ਦੁਕਾਨ ਤੋਂ ਪੈਸੇ ਪਵਾ ਕੇ ਲਿਆਓ, ਮਹਿੰਗੀ ਬਿਜਲੀ ਮਿਲੂਗੀ। 5-5, 10-10,000 ਰੁਪਇਆ ਤੁਹਾਨੂੰ ਮੀਟਰ ਦੇ ਵਿੱਚ ਰੱਖਣਾ ਪਿਆ ਕਰੂ। ਤੁਹਾਨੂੰ ਲੱਗਦਾ ਵੀ ਜਿਵੇਂ ਗੈਸ ਦੀ ਸਬਸਿਡੀ ਹੌਲੀ ਖਤਮ ਹੋ ਗਈ, ਵੀ ਇਦਾਂ ਹੀ ਹੋਊਗਾ? ਬਿਲਕੁਲ ਉਵੇਂ ਹੀ ਆ। ਗੈਸ ਦੀ ਸਬਸਿਡੀ ਦਾ ਝਾਂਸਾ ਦੇ ਕੇ ਤੇ ਅੱਜ ਕਿਹਨੂੰ ਸਬਸਿਡੀਆਂ ਆਉਂਦੀਆਂ? ਵੱਡੀ ਪੱਧਰ ਤੇ ਉਦੋਂ ਸਬਸਿਡੀਆਂ ਦੀ ਲੁੱਟ ਕੀਤੀ ਗਈ ਤੇ ਅੱਜ ਵੀ ਉਹ ਸਬਸਿਡੀਆਂ ਨੂੰ ਬੰਦ ਕੀਤਾ ਜਾ ਰਿਹਾ। ਸਰਕਾਰ ਇੱਕ ਪਾਸੇ ਤਾਂ ਬਿਆਨ ਦਿੰਦੀ ਆ ਵੀ 600 ਤੋਂ ਜੇ ਘੱਟ ਯੂਨਿਟਾਂ ਆ ਗਈਆਂ ਤੇ ਤੁਹਾਨੂੰ ਭਾਈ ਬਿੱਲ ਨਹੀਂ ਆਉਣਾ। ਮੇਰੇ ਖੁਦ ਤਾਇਆ ਜੀ ਦੀ ਲੜਕੇ ਨੂੰ 450 ਯੂਨਿਟ ਮੱਚੀ ਤੇ ਉਹਨੂੰ ਖੁਦ ਬਿੱਲ ਆਇਆ 800 ਰੁਪਇਆ। ਫਿਰ ਉਹਨੂੰ ਕਾਹਤੋਂ ਨਹੀਂ ਸਬਸਿਡੀ ਆਈ? ਇਹ 5-10 ਬੰਦਿਆਂ ਨੂੰ ਸਬਸਿਡੀਆਂ ਦੇ ਕੇ ਤੇ ਚੈਨਲਾਂ ਤੇ ਵਿਖਾ ਕੇ ਨਾਲ ਖਿਲਾਰ ਕੇ ਲੈ ਵੀ ਇਹਨੂੰ ਮੁਫਤ ਬਿਜਲੀ ਮਿਲ ਗਈ ਭਾਈ, ਇਹਦਾ ਜ਼ੀਰੋ ਬੈਲੈਂਸ ਆਇਆ ਤੇ ਪੂਰਾ ਪ੍ਰਚਾਰ ਕੀਤਾ ਜਾਂਦਾ ਸਰਕਾਰ ਦਾ। ਇਹ ਸਾਰਾ ਲੋਕਾਂ ਨੂੰ ਗਮਰਾਹ ਕਰਨ ਦੀ ਤਰ੍ਹਾਂ, ਵੋਟਾਂ ਮੁੱਛਣ ਦੀ ਤਰ੍ਹਾਂ। ਗਾਂ MP ਇਲੈਕਸ਼ਨ ਫੇਰ ਆ ਗਿਆ, ਫੇਰ ਵੱਡੇ ਵੱਡੇ ਵਾਅਦੇ ਕਰਨਗੇ ਵੀ ਲੋਕਾਂ ਤੋਂ ਕਿਵੇਂ ਵੋਟਾਂ ਮੁੱਛ ਕੇ ਜੇਬ 'ਚ ਪਾ ਕੇ ਤੇ ਕੁਰਸੀ ਹਾਸਲ ਕਰੀਏ। ਅੱਜ ਛੋਟੇ ਮਾਧਿਅਮ ਰਾਹੀਂ ਮੈਂ ਇੱਕ ਗੱਲ ਕਹਿਣਾ, ਤੁਹਾਡੇ ਤੱਕ ਗੱਲ ਪਹੁੰਚਾਉਣ ਦਾ ਸਾਡਾ ਇੱਕ ਹੀ ਮਕਸਦ ਆ ਵੀ ਪੰਜਾਬ ਦੇ ਲੋਕਾਂ ਦੇ ਚੁੱਲ੍ਹੇ ਤੱਕ ਇਹ ਗੱਲ ਜਾਵੇ ਵੀ ਇਹ ਸਮਾਰਟ ਮੀਟਰ ਅਸੀਂ ਸਰਕਾਰੀ ਥਾਵਾਂ ਤੇ ਵੀ ਨਹੀਂ ਲੱਗਣ ਦੇਣੇ। ਜਦੋਂ ਸਕੂਲਾਂ 'ਚ, ਡਿਸਪੈਂਸਰੀਆਂ 'ਚ, ਵਾਟਰ ਬਾਕਸਾਂ 'ਚ ਜਾਂ ਵੱਡੇ ਮੁਲਾਜ਼ਮਾਂ ਦੇ ਜਦੋਂ ਲੱਗ ਗਏ
ਫਿਰ ਇਹ ਛੋਟੇ ਜਿਹੜੇ ਕਿਸਾਨ ਮਜ਼ਦੂਰ ਆ ਉਹਨਾਂ ਦਾ ਵੀ ਘਾਣ ਕਰਨਗੇ, ਉਹਨਾਂ ਦੇ ਘਰਾਂ ਤੱਕ ਵੀ ਪਹੁੰਚਾਉਣਗੇ। ਪਰ ਅਸੀਂ ਅੱਜ ਇਹ ਵਾਅਦਾ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦੇ ਝੰਡੇ ਥੱਲੇ ਵੀ ਇਹ ਮੀਟਰ ਜਿੱਥੇ ਵੀ ਸਾਨੂੰ ਪਤਾ ਲੱਗੂਗਾ, ਭਾਵੇਂ ਸਰਕਾਰ ਸਾਡੇ ਡਾਂਗਾ ਮਾਰੇ, ਭਾਵੇਂ ਸਾਡੇ ਤੇ ਪਰਚੇ ਦਰਜ ਕਰੇ, ਭਾਵੇਂ ਸਾਡੇ ਗੋਲੀ ਮਾਰੇ, ਅਸੀਂ ਇਹ ਮੀਟਰ ਨਹੀਂ ਲੱਗਣ ਦੇਣੇ। ਇਹ ਧਾਰ ਕੇ ਚੱਲੇ ਆ, ਇਹ ਸਰਕਾਰ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਣਾ, ਕਿਉਂਕਿ ਸਾਡਾ ਵੱਡੀ ਪੱਧਰ ਤੇ ਸਾਡਾ ਘਾਣ ਹੋਊਗਾ। ਸਾਡੇ ਬੱਸ ਦੀ ਗੱਲ ਨਹੀਂ ਰਹਿਣੀ ਬਿਜਲੀ ਲੈਣੀ। ਇਹ ਅਸੀਂ ਅੱਜ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਵੀ ਇਹ ਚੀਜ਼ ਤੋਂ ਬਾਹਰ ਆ ਕੇ ਇਹ ਸਰਕਾਰ ਦਾ ਵਿਰੋਧ ਕਰੋ। ਸਰਕਾਰ ਅਟੈਕ ਇੰਨੇ ਕਰ ਰਹੀ ਆ, ਸਾਨੂੰ ਲੜਨਾ ਹੀ ਪੈਣਾ। ਐ ਨਾ ਸੋਚੋ ਧਰਨਾ ਉੱਥੇ ਵੀ ਚੱਲ ਰਿਹਾ, ਉੱਥੇ ਵੀ ਚੱਲ ਰਿਹਾ, ਕਿੱਥੇ ਕਿੱਥੇ ਲੜੀਏ। ਆਪਦੇ ਬੱਚਿਆਂ ਖਾਤਰ ਸਾਨੂੰ ਲੜਨਾ ਹੀ ਪੈਣਾ। ਆਹ ਚੀਜ਼ ਬਹੁਤ ਵੱਡੀ ਪੱਧਰ ਤੇ ਸਾਡਾ ਨੁਕਸਾਨ ਹੋਣਾ। ਜੇ ਲੜੋਗੇ ਫੇਰ ਹੀ ਕੁਝ ਮੰਜ਼ਿਲ ਹਾਸਲ ਕਰੋਗੇ, ਤੇ ਨਹੀਂ ਤਾਂ ਇਹਨਾਂ ਨੇ ਮੀਟਰ ਲਾ ਦੇਣੇ ਆ, ਮੁੜ ਕੇ ਫਿਰ ਲਾਈਟ ਜੋਗੇ ਨਹੀਂ ਰਹੋਗੇ, ਲਾਈਟ ਨਹੀਂ ਮਿਲਣੀ ਤੁਹਾਨੂੰ। ਬਹੁਤ ਬਹੁਤ ਧੰਨਵਾਦ ਜੀ, ਗੱਲਬਾਤ ਕੀਤੀ ਹੈ ਵੀ ਮੀਟਰ ਜਿਹੜੇ ਚੈਪ ਵਾਲੇ ਨਹੀਂ ਲੱਗਣ ਦੇਵਾਂਗੇ। ਵੱਡੇ ਖਦਸ਼ੇ ਜ਼ਾਹਰ ਕੀਤੇ ਕਿ ਜਿਸ ਤਰ੍ਹਾਂ ਪਹਿਲਾਂ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਜਿਹੜਾ ਸੀ ਗੈਸ ਦੀ ਸਬਸਿਡੀ ਜਿਹੜੀ ਸੀਗੀ ਹੌਲੀ ਹੌਲੀ ਜਿਹੜੇ ਅੱਜ 22 ਰੁਪਏ ਕੁਛ ਰਹਿ ਗਈ, ਤੇ ਉਹਨਾਂ ਨੂੰ ਖਰਚਾ ਵੀ ਜਿਹੜਾ ਚੈਪ ਵਾਲੇ ਮੀਟਰ ਲੱਗ ਕੇ ਹੌਲੀ ਹੌਲੀ ਸਾਡੀ ਜਿਹੜੀ ਮੁਫਤ ਬਿਜਲੀ ਦੀ ਸਹੂਲਤ ਵੀ ਜਿਹੜੀ ਆ ਉਹ ਜਾ ਸਕਦੀ ਹੈ। ਸ਼੍ਰੀ ਮੁਕਤਸਰ ਸਾਹਿਬ ਤੋਂ ਭਜਨ ਸਿੰਘ ਸਮਾਗ। ਹੁਣ ਅਸੀਂ ਜਦ ਵੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਆਰਥਿਕ ਬੋਝ ਨੂੰ ਲੈ ਕੇ, ਤੇ ਉਸ ਵਿੱਚ PSPCL ਦੀ ਗੱਲ ਜ਼ਰੂਰ ਹੁੰਦੀ ਹੈ। ਕਿਉਂਕਿ 600 ਯੂਨਿਟ ਜਿਹੜੀ ਮੁਫਤ ਬਿਜਲੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜ਼ਰੂਰ ਦਿੱਤਾ ਹੈ, ਲੇਕਿਨ ਇਸ ਦਾ ਜਿਹੜਾ ਆਰਥਿਕ ਬੋਝ ਹੈ ਉਹ ਕਿਸ ਤੇ ਪੈ ਰਿਹਾ ਹੈ? ਉਹ ਪੈ ਰਿਹਾ ਹੈ ਸਰਕਾਰ ਤੇ। ਹੁਣ ਇਸ ਦੇ ਨਾਲ PSPCL ਘਾਟੇ ਵਿੱਚ ਜਾ ਰਿਹਾ ਹੈ, ਜਿਸ ਨੂੰ ਲੈ ਕੇ ਬਾਰ-ਬਾਰ ਵਿਰੋਧੀ ਧਿਰਾਂ ਜਿਹੜੀ ਹੈ ਸਵਾਲ ਚੁੱਕਦੀ ਹੈ। ਲੇਕਿਨ ਲੋਕਾਂ ਦੀ ਰਾਏ ਕੀ ਹੈ ਇਹ ਅਸੀਂ ਜਾਣੀਏ। ਦੇਖਣਾ ਇਹ ਹੋਵੇਗਾ ਕਿ ਇਸ ਤੋਂ ਬਾਅਦ ਸਰਕਾਰ ਦਾ ਕੀ ਕੁਝ ਰੁਖ ਰਹਿੰਦਾ ਹੈ, ਤੇ ਕੀ ਕਿਸਾਨਾਂ ਦਾ ਜਿਹੜਾ ਵਿਰੋਧ ਹੈ ਉਸ ਤੋਂ ਬਾਅਦ ਇਹ ਪ੍ਰੀਪੇਡ ਬਿਜਲੀ ਦੇ ਮੀਟਰ ਲੱਗਣਗੇ ਜਾਂ ਫਿਰ ਨਹੀਂ। ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਪਸੰਦ ਆਏਗਾ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।